ਪਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਤੂੰ ਸਮਰੱਥ ਵੱਡਾ। ਮੇਰੀ ਮਤ ਥੋਰੀ RAM, ਪਲ ਹੈ ਅਕਿਰਤ ਘਣਾ। ਪੂਰਨ ਦ੍ਰਿਸ਼ਟ ਤੇਰੀ RAM, ਤੇਰਾ ਅੰਤ ਨ ਜਾਈ ਲਖਿਆ। ਅਕਥ ਨ ਜਾਈ ਹਰ ਕਥਿਆ। ਨਾਨਕ ਜਿਸ ਕੋ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ। ਲਿਵ ਛੁਡਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਏਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਏਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਗਰੀਬ ਨਵਾਜ ਸਾਹਿਬ ਜੀ ਨੇ ਬਖਸ਼ਿਆ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਲੜੀਵਾਰ ਰੂਪ ਦੇ ਵਿੱਚ ਸ੍ਰੀ ਆਨੰਦ ਸਾਹਿਬ ਦੇ ਦੁਆਰਾ
ਪਾਵਨ ਉਪਦੇਸ਼ ਸਤਿਗੁਰੂ ਤੀਜੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਅੱਜ ਦੀ ਜੋ ਪੌੜੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ 921 ਅੰਗ ਤੇ ਆਨੰਦ ਸਾਹਿਬ ਬਾਣੀ ਦੀ ਇਹ 69ਵੀਂ ਪੌੜੀ ਹੈ, ਜਿਸ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਮਾਇਆ ਦਾ ਜ਼ਿਕਰ ਕੀਤਾ ਹੈ। ਦੋਵਾਂ ਪੱਖਾਂ ਦਾ ਮਹਾਰਾਜ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ। ਇੱਕ ਤਾਂ ਮਾਇਆ ਦੇ ਵਿੱਚ ਜਿਵੇਂ ਜੀਵ ਫਸ ਜਾਂਦਾ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਵੱਲੋਂ ਜੀਵ ਦੀ ਲਿਵ ਛੁੱਟ ਜਾਂਦੀ ਹੈ, ਟੁੱਟ ਜਾਂਦੀ ਹੈ। ਤੇ ਦੂਸਰਾ ਮਹਾਰਾਜ ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਇਹ ਦੱਸਿਆ ਹੈ ਕਿ ਜਿਸ ਉੱਤੇ ਗੁਰੂ ਕੀ ਕਿਰਪਾ ਹੁੰਦੀ ਉਹ ਮਾਇਆ ਵਿੱਚ ਰਹਿੰਦਿਆਂ ਹੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ। ਤੋ ਜਿਵੇਂ ਗਰੀਬ ਨਵਾਜ਼ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਜੀ। ਜੈਸੀ ਅਗਨ ਉਦਰ ਮਹਿ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਜਿਸ ਤਰ੍ਹਾਂ ਦੀ ਅਗਨੀ ਮਾਤਾ ਦੇ ਉਦਰ ਦੇ ਵਿੱਚ, ਪੇਟ ਦੇ ਵਿੱਚ ਹੈ, ਜੋ ਇਹਦੇ ਤੋਂ ਪਹਿਲੀ ਪੌੜੀ ਆਈ ਹੈ ਉਸ ਵਿੱਚ ਮਹਾਰਾਜ ਸਾਹਿਬ ਜੀ ਨੇ ਪੇਟ ਦੀ ਅਗਨੀ ਦਾ ਜ਼ਿਕਰ ਕੀਤਾ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ, ਮਨਹੁ ਕਿਉ ਵਿਸਾਰੀਐ ਏਵਡ ਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨਾਲ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕ ਏਵਡ ਦਾਤਾ, ਸੋ ਕਿਉ ਮਨਹੁ ਵਿਸਾਰੀਐ। ਇਸ ਪੌੜੀ 'ਚ ਮਹਾਰਾਜ ਸਾਹਿਬ ਜੀ ਨੇ ਉਹ ਉਦਰ ਦੀ ਅਗਨੀ ਦਾ ਜ਼ਿਕਰ ਕੀਤਾ। ਹੁਣ ਇਸ ਪੌੜੀ 'ਚ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜੈਸੀ ਅਗਨ ਉਦਰ ਮਹਿ। ਜਿਸ ਤਰ੍ਹਾਂ ਦੀ ਅਗਨੀ, ਜਿਸ ਤਰ੍ਹਾਂ ਦੀ ਅੱਗ ਮਾਤਾ ਦੇ ਉਦਰ ਦੇ ਵਿੱਚ ਇਸ ਜੀਵ ਨੂੰ ਵਿਆਪੀ। ਜਨਮ ਲੈਣ ਤੋਂ ਪਹਿਲਾਂ ਜਿਸ ਵੇਲੇ ਮਾਤਾ ਦੇ ਉਦਰ ਦੇ ਵਿੱਚ ਇਸ ਜੀਵ ਦਾ ਨਿਵਾਸ ਸੀ, ਪੁੱਠਾ ਲਟਕਦਾ ਸੀ, ਮੁਖ ਤਲੇ ਪੈਰ ਉੱਪਰੇ, ਵਸੰਦੋ ਬਹੁਥੜਾ ਥਾਏ, ਉਸ ਥਾਂ ਦੇ ਉੱਤੇ ਜਦੋਂ ਗਰਭ ਅਗਨੀ ਦੇ ਵਿੱਚ ਇਸ ਦਾ ਨਿਵਾਸ ਸੀ ਤਾਂ ਅੱਗ ਦੇ ਵਿੱਚ ਇਸ ਦੀ ਰੱਖਿਆ ਕੀਤੀ ਵਾਹਿਗੁਰੂ ਪਰਮੇਸ਼ਰ। ਤੇ ਜਿਸ ਤਰ੍ਹਾਂ ਦੀ ਉਹ ਗਰਭ ਦੀ ਅਗਨੀ ਹੈ ਸੀ, ਤੈਸੀ ਬਾਹਰ ਮਾਇਆ। ਉਸੇ ਤਰ੍ਹਾਂ ਦੀ ਹੀ ਇਹ ਬਾਹਰ, ਜਿਸ ਵੇਲੇ ਇਹ ਜਨਮ ਲੈ ਕਰਕੇ ਬਾਹਰ ਸੰਸਾਰ ਦੇ ਵਿੱਚ ਆਇਆ, ਉਦਰ ਤੋਂ ਬਾਹਰ ਆਇਆ, ਗਰਭ ਅਗਨੀ ਚੋਂ ਬਾਹਰ ਨਿਕਲਿਆ ਤੇ ਬਾਹਰ ਸੰਸਾਰ ਦੇ ਵਿੱਚ ਤੈਸੀ ਬਾਹਰ ਮਾਇਆ। ਜਿਸ ਤਰ੍ਹਾਂ ਦੀ ਅੱਗ ਮਾਤਾ ਦੇ ਉਦਰ ਦੇ ਵਿੱਚ ਸੀ ਇਸ ਨੂੰ ਵਿਆਪਦੀ, ਉਸੇ ਤਰ੍ਹਾਂ ਦੀ ਅੱਗ ਸੰਸਾਰ ਦੇ ਵਿੱਚ ਮਾਇਆ ਦੀ ਅੱਗ ਹੈ, ਮਾਇਆ ਦੀ ਅਗਨੀ ਹੈ। ਉੱਥੇ ਗਰਭ ਅਗਨੀ ਵਿੱਚ ਸੜਦਾ ਸੀ ਤੇ ਇੱਥੇ ਹੁਣ ਬਾਹਰ ਮਾਇਆ ਦੀ ਅੱਗ ਦੇ ਵਿੱਚ ਸੜਦਾ। ਇੱਥੇ ਮਾਇਆ ਦੀ ਅੱਗ ਸੜਦੀ ਹੈ। ਤੈਸੀ ਬਾਹਰ ਮਾਇਆ। ਤਾਂ ਗਰੀਬ ਨਵਾਜ਼ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਅਨੇਕਾਂ ਵਾਰੀ ਐਸੇ ਬਚਨ ਉਚਾਰਨ ਕੀਤੇ, ਜਿਵੇਂ ਸਤਿਗੁਰੂ ਜੀ ਨੇ ਫਰਮਾਇਆ, ਪ੍ਰਤਿਪਾਲ ਮਾਤਾ ਉਦਰ ਰਾਖੈ, ਲੱਗਣ ਦੇਤ ਨਾ ਸੇਕ, ਸੋਈ ਸੁਆਮੀ ਈਹਾਂ ਰਾਖੈ, ਬੂਝ ਬੁੱਧ ਵਿਵੇਕ। ਕਹੇ ਸ੍ਰੇਸ਼ਟ ਬੁੱਧੀ ਵਾਲਿਆ, ਇਸ ਗੱਲ ਨੂੰ ਬੁੱਝਣਾ ਕਰ, ਸਮਝਣਾ ਕਰ, ਜਿਸ ਵਾਹਿਗੁਰੂ ਨੇ ਗਰਭ ਅੱਗ ਦੇ ਵਿੱਚ ਤੇਰੀ ਰਾਖੀ ਕੀਤੀ ਹੈ ਨਾ, ਉਸੇ ਨੇ ਇਸ ਮਾਇਆ ਰੂਪੀ ਅਗਨੀ 'ਚ ਵੀ ਉਹਨੇ ਹੀ ਰੱਖਣਾ। ਇਸ ਗੱਲ ਨੂੰ ਤੂੰ ਸਮਝਣਾ ਕਰ। ਗਰਭ ਅਗਨੀ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਨੇ ਹੀ ਰੱਖਿਆ ਕੀਤੀ ਹੈ।
सो क्यों बिसरै जे अगन मह राखै। ਉਹ ਵਾਹਿਗੁਰੂ ਕਿਉਂ ਭੁੱਲੇ ਕਿਉਂ ਵਿਸਰੇ ਜਿਸ ਨੇ ਗਰਭ ਅਗਨੀ ਦੇ ਵਿੱਚ ਰਾਖੀ ਕੀਤੀ ਹੈ। ਤੇ ਜਿਸ ਤਰ੍ਹਾਂ ਦੀ ਅੱਗ ਉਦਰ ਦੇ ਵਿੱਚ ਸੀ ਉਸੇ ਤਰ੍ਹਾਂ ਦੀ ਮਹਾਰਾਜ ਕਹਿੰਦੇ ਇਹ ਬਾਹਰ ਮਾਇਆ ਹੈ, ਬਾਹਰ ਮਾਇਆ ਦੀ ਅੱਗ ਜਿਹੜੀ ਹੈ ਮਚ ਰਹੀ ਹੈ। ਉਂਝ ਅਨੇਕ ਪ੍ਰਕਾਰ ਦੀ ਅੱਗ ਦਾ ਜ਼ਿਕਰ ਕੀਤਾ ਹੈ, ਸਾਰੀ ਇਹ ਮਾਇਆ ਦੀ ਅੱਗ ਹੀ, ਇਹਦੇ ਰੂਪ ਵੱਖ-ਵੱਖ ਹਨ। ਕਿਤੇ ਕਾਮ ਰੂਪੀ ਇਹ ਅੱਗ ਮਚ ਰਹੀ ਹੈ, ਕਿਤੇ ਕ੍ਰੋਧ ਰੂਪੀ ਅੱਗ ਬਲ ਰਹੀ ਹੈ, ਕਿਤੇ ਲੋਭ ਦਾ ਰੂਪ ਧਾਰਨ ਕਰਕੇ ਅੱਗ ਬਲਦੀ ਹੈ, ਕਿਤੇ ਮੋਹ ਦਾ ਰੂਪ ਹੈ, ਕਿਤੇ ਹੰਕਾਰ ਦਾ ਰੂਪ ਹੈ, ਕਿਤੇ ਪਦਾਰਥਾਂ ਦੀ ਤ੍ਰਿਸ਼ਨਾ ਦਾ ਹਉਮੈ ਦਾ ਰੂਪ ਹੈ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ, ਤਰੀਐ ਕਰਮੀ ਲੱਗ। ਆਖਿਆ ਇਹ ਅੱਗ ਦੀਆਂ ਨਦੀਆਂ ਵਗਦੀਆਂ ਪਈਆਂ, ਅੱਗ ਦੀਆਂ ਨਦੀਆਂ ਸੰਸਾਰ ਦੇ ਵਿੱਚ। ਜਿੱਥੇ ਪਾਣੀ ਦੀਆਂ ਨਦੀਆਂ, ਪਾਣੀ ਦੇ ਦਰਿਆ ਵਾ, ਉੱਥੇ ਅੱਗ ਦੀਆਂ ਨਦੀਆਂ ਵਗਦੀਆਂ ਪਈਆਂ। ਤਾਂ ਹੀ ਬਾਬਾ ਫਰੀਦ ਸਾਹਿਬ ਜੀ ਨੇ ਵੀ ਆਖਿਆ ਨਾ, ਬਾਬਾ ਜੀ ਕਹਿੰਦੇ ਮੈਂ ਜਾਣਿਆ ਵੀ ਅੱਗ ਦੇ ਵਿੱਚ ਮੈਂ ਹੀ ਫਸਿਆ ਹੋਇਆ ਹਾਂ, ਅੱਗ ਮੈਨੂੰ ਹੀ ਸਾੜ ਰਹੀ ਹੈ। ਪਰ ਕਹਿੰਦੇ ਜਦੋਂ ਥੋੜਾ ਜਿਹਾ ਉੱਚੀ ਥਾਂ ਤੇ ਚੜ੍ਹ ਕੇ ਵੇਖਿਆ ਨਾ, ਫਿਰ ਪਤਾ ਲੱਗਾ ਵੀ ਮੈਂ ਨਹੀਂ ਇਕੱਲਾ ਸੜਦਾ, ਇੱਥੇ ਤੇ ਸਾਰਾ ਸੰਸਾਰ ਹੀ ਅੱਗ ਵਿੱਚ ਸੜੀ ਭੁੱਜੀ ਜਾਂਦਾ ਹੈ। ਵੀ ਅੱਗ ਸਾੜਦੀ ਸਾਰਿਆਂ ਨੂੰ ਹੀ ਆ, ਸਾਰੇ ਘਰਾਂ ਵਿੱਚ ਮੱਚਦੀ ਪਈ ਆ, ਧੂੰਆਂ ਹੀ ਨਹੀਂ ਨਿਕਲਦਾ ਬਾਹਰ। ਕਈਆਂ ਥਾਵਾਂ ਤੇ ਧੂੰਆਂ ਵੀ ਨਿਕਲਦਾ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਹਰੇਕ ਘਰ ਦੇ ਵਿੱਚ ਇਹੀ ਅੱਗ ਮੱਚਦੀ ਪਈ ਹੈ। ਕਿਹੜਾ ਘਰ ਹੈ ਜਿਸ ਘਰ ਦੇ ਵਿੱਚ ਅੱਗ ਨਹੀਂ ਬਲਦੀ ਪਈ ਹੈ? ਚੁੱਲ੍ਹੇ ਦੀ ਅੱਗ ਨਹੀਂ, ਇਹ ਕਾਮ ਦੀ ਅੱਗ, ਕ੍ਰੋਧ ਦੀ ਅੱਗ, ਲੋਭ ਦੀ ਅੱਗ, ਮੋਹ ਦੀ ਅੱਗ ਤੇ ਹੰਕਾਰ ਦੀ ਅੱਗ ਹਰੇਕ ਹਿਰਦੇ ਘਰ ਦੇ ਵਿੱਚ ਬਲਦੀ ਪਈ ਹੈ। ਉੱਚੇ ਚੜ੍ਹ ਕੇ ਦੇਖਿਆ। ਉੱਚੇ ਚੜ੍ਹਨ ਤੋਂ ਭਾਵ ਕੀ ਹੈ ਕਿ ਬਾਬਾ ਫਰੀਦ ਸਾਹਿਬ ਜੀ ਨੇ ਕੋਠੇ ਤੇ ਚੜ੍ਹ ਕੇ ਵੇਖਿਆ ਕਿ ਜਾਂ ਚੁਬਾਰੇ ਤੇ ਚੜ੍ਹ ਕੇ ਵੇਖਿਆ। ਹਾਂ, ਉੱਚੇ ਚੜ੍ਹ ਕੇ ਵੇਖੀਏ ਤੇ ਦੂਜਿਆਂ ਦੇ ਘਰ ਦਿਸ ਪੈਂਦੇ ਆ, ਪਰ ਇੱਥੇ ਕੋਠੇ ਤੇ ਚੜ੍ਹਨ ਦੀ ਗੱਲ ਨਹੀਂ। ਉਹ ਕਹਿੰਦੇ ਨਾਮ ਜਪ ਕਰਕੇ ਜਿਸ ਵੇਲੇ ਸੰਸਾਰ ਨਾਲੋਂ ਬਿਰਤੀ ਉੱਚੀ ਕੀਤੀ, ਜਿਸ ਵੇਲੇ ਇਹ ਬਲਦੇ ਹੋਏ, ਸੜਦੇ ਹੋਏ, ਮੱਚਦੇ ਹੋਏ ਸੰਸਾਰ ਦੇ ਨਾਲੋਂ ਮੈਂ ਉੱਪਰ ਉੱਠਿਆ, ਤੇ ਜਦੋਂ ਉੱਪਰ ਉੱਠਿਆ ਤੇ ਫਿਰ ਪਤਾ ਲੱਗਾ ਥੱਲੇ ਥੱਲੇ ਤੇ ਅੱਗਾਂ ਹੀ ਮੱਚਦੀਆਂ ਪਈਆਂ। ਸੰਸਾਰ ਦੇ ਨਾਲੋਂ ਬਿਰਤੀ ਜਿਸ ਵੇਲੇ ਉੱਪਰ ਗਈ ਹੈ, ਨਾਮ ਦੇ ਵਿੱਚ ਜੁੜੀ ਹੈ, ਵਾਹਿਗੁਰੂ ਦੇ ਵਿੱਚ ਜੁੜੀ ਹੈ, ਤੇ ਫਿਰ ਪਤਾ ਲੱਗਾ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਗਰੀਬ ਨਵਾਜ ਕਹਿੰਦੇ ਵੀ ਜਿਸ ਤਰ੍ਹਾਂ ਦੀ ਅੱਗ ਦੇ ਵਿੱਚ, ਉਦਰ ਦੇ ਵਿੱਚ ਗਰਭ ਅਗਨੀ ਮੱਚਦੀ ਸੀ, ਉੱਥੇ ਜੀਵ ਸੜਦਾ ਸੀ, ਉਸੇ ਤਰ੍ਹਾਂ ਦੀ ਇਹ ਬਾਹਰ ਸੰਸਾਰ ਦੇ ਵਿੱਚ ਵਿਕਾਰਾਂ ਦੀ, ਤ੍ਰਿਸ਼ਨਾ ਦੀ, ਅਨੇਕ ਪ੍ਰਕਾਰ ਦੀ ਅੱਗ ਬਲਦੀ ਪਈ ਹੈ। ਮਾਇਆ ਅਗਨ ਸਭ ਇੱਕੋ ਜਿਹੀ। ਇਹ ਭਾਈ, ਇਹ ਮਾਇਆ ਦੀ ਅੱਗ ਵੀ ਤੇ ਗਰਭ ਦੀ ਅੱਗ ਵੀ, ਇਹ ਸਾਰੀ ਇੱਕੋ ਜਿਹੀ ਹੈ, ਇੱਕ ਤਰ੍ਹਾਂ ਦੀ ਹੈ। ਉਦਰ ਦੇ ਵਿੱਚ ਵੀ ਜੀਵ ਸੜਦਾ ਸੀ ਤੇ ਸੰਸਾਰ ਦੇ ਵਿੱਚ ਮਾਇਆ ਦੀ ਅਨੇਕ ਰੂਪਾਂ ਦੀ ਅੱਗ ਦੇ ਵਿੱਚ ਸੜਦਾ ਪਿਆ ਹੈ। ਕਰਤਾ ਖੇਲ ਰਚਾਇਆ। ਪਰ ਹੈ ਸਾਰਾ ਇਹ ਖੇਲ। ਜੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਨਾ, ਕਰਤਾ, ਉਸ ਕਰਤੇ ਨੇ, ਵਾਹਿਗੁਰੂ ਨੇ, ਸਿਰਜਣਹਾਰ ਨੇ ਖੇਲ ਰਚਾਇਆ ਹੋਇਆ। ਇਹ ਸਾਰੀ ਖੇਡ ਉਸੇ ਦੀ ਬਣਾਈ ਹੋਈ ਹੈ ਤੇ ਸੰਸਾਰ ਨੂੰ ਉਸਨੇ ਇਸ ਖੇਲ ਦੇ ਵਿੱਚ ਪਾਇਆ ਹੋਇਆ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਸਾਰਾ ਸੰਸਾਰ ਖੇਡ ਦੇ ਵਿੱਚ ਖੇਡੀ ਜਾਂਦਾ ਪਿਆ। ਇਹ ਅੱਗ ਵੀ ਉਹਦੀ ਇੱਕ ਖੇਡ ਹੈ। ਉਸੇ ਨੇ ਅੱਗ ਪੈਦਾ ਕੀਤੀ ਹੈ ਤੇ ਇਸੇ ਅੱਗ ਰੂਪੀ ਖੇਡ ਦੇ ਵਿੱਚ ਜੀਵਾਂ ਨੂੰ ਉਹਨੇ ਖੇਲਣ ਲਾਇਆ ਹੋਇਆ। ਵਿਕਾਰਾਂ ਦੇ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ,
ਇਹ ਸਾਰਾ ਕੁਝ ਪੈਦਾ ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੋਇਆ ਹੈ। ਇਹ ਉਹਨੇ ਇੱਕ ਖੇਲ ਰਚਾਈ ਹੋਈ ਹੈ ਕਰਤਾ ਪੁਰਖ ਨੇ ਜੀਵਾਂ ਦੇ ਪਰਖਣ ਵਾਸਤੇ, ਵੀ ਗਰਭ ਦੀ ਅੱਗ ਦੇ ਵਿੱਚ ਤਾਂ ਇਹਨਾਂ ਨੂੰ ਮੈਂ ਦਿੱਤਾ ਸੀਗਾ ਸਿਮਰਨ। ਕਰਤੇ ਪੁਰਖ ਨੇ ਆਪਣਾ ਸਿਮਰਨ ਦੇ ਕੇ, ਆਪਣਾ ਸਿਮਰਨ ਦੇ ਪ੍ਰਤ ਪਾਲਿਆ ਗਰਭ ਅਗਨੀ ਦੇ ਵਿੱਚ, ਤੇ ਆਪਣੇ ਨਾਮ ਦੀ ਦਾਤ ਦੇ ਕੇ ਆਪਣਾ ਸਿਮਰਨ ਦੇ ਕਰਕੇ ਉੱਥੇ ਰਾਖੀ ਕੀਤੀ ਹੈ, ਆਹਾਰ ਵੀ ਦਿੱਤਾ, ਤੇ ਉੱਥੇ ਅੱਗ ਨੇੜੇ ਨਹੀਂ ਆਉਣ ਦਿੱਤੀ, ਆਪਣੀ ਲਿਵ ਵੀ ਦਿੱਤੀ। ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਤੇ ਆਪਣੀ ਲਿਵ ਆਪ ਹੀ ਲਾਈ ਵਾਹਿਗੁਰੂ ਨੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ। ਤੇ ਸੰਸਾਰ ਦੀ ਖੇਡ ਨੂੰ ਉਸ ਵਾਹਿਗੁਰੂ ਜੀ ਨੇ ਆਪ ਰਚਿਆ ਵੀ ਹੁਣ ਉੱਥੇ ਤਾਂ ਗਰਭ ਅਗਨੀ ਵਿੱਚ ਇਹਨਾਂ ਨੂੰ ਆਪਣੀ ਲਿਵ ਦੇ ਕਰਕੇ, ਆਪਣਾ ਨਾਮ ਦੇ ਕੇ ਇਸ ਜੀਵ ਦੀ ਪਾਲਣਾ ਕੀਤੀ, ਰੱਖਿਆ ਕੀਤੀ ਹੈ। ਹੁਣ ਸੰਸਾਰ ਦੇ ਵਿੱਚ ਆਪਣੀ ਮਾਇਆ ਪੈਦਾ ਕਰ ਦਿੱਤੀ, ਇਸ ਮਾਇਆ ਦੇ ਵਿੱਚ ਹੀ ਇਹ ਖਚਿਤ ਹੋ ਜਾਂਦੇ ਆ ਕਿ ਜਾਂ ਮੇਰਾ ਨਾਮ ਜਪ ਕਰਕੇ, ਸਿਮਰਨ ਕਰਕੇ ਇਸ ਮਾਇਆ ਤੋਂ ਮੁਕਤ ਹੁੰਦੇ ਆ, ਮਾਇਆ ਦੇ ਵਿੱਚੋਂ ਨਿਕਲਦੇ ਆ। ਇੱਕ ਖੇਡ ਜੀਵਾਂ ਨੂੰ ਪਰਖਣ ਵਾਸਤੇ ਵਾਹਿਗੁਰੂ ਜੀ ਨੇ ਰਚ ਦਿੱਤੀ ਹੈ। ਗੁਰਬਾਣੀ ਅੰਦਰ ਸੰਸਾਰ ਨੂੰ ਖੇਲ ਆਖਿਆ, ਸੰਸਾਰ ਨੂੰ ਸੁਪਨਾ ਆਖਿਆ, ਸੰਸਾਰ ਨੂੰ ਤਮਾਸ਼ਾ ਆਖਿਆ, ਬਾਜੀਗਰ ਦੀ ਖੇਡ ਆਖਿਆ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਹੈ ਕਿ ਖੇਡ ਰਚੀ ਹੋਈ ਸਿਰਜਣਹਾਰ ਦੀ ਜੀਵਾਂ ਦੀ ਪਰਖ ਵਾਸਤੇ। ਇਹ ਜਿੰਨੇ ਵੀ ਵਿਕਾਰ ਹਨ ਇਹ ਵੀ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਪੈਦਾ ਹੋਏ। ਇਹਨਾਂ ਦੀ ਵੀ ਕੋਈ ਸੀਮਾ ਬਣਾਈ, ਕੋਈ ਮਰਿਆਦਾ ਬਣਾਈ। ਕਾਮ ਹੈ ਤੇ ਸੰਸਾਰ ਦੀ ਉਤਪਤੀ ਵਾਸਤੇ ਹੈ, ਕ੍ਰੋਧ ਵੀ ਉਸਨੇ ਆਪ ਹੀ ਪਾਇਆ, ਲੋਭ ਵੀ ਆਪ ਹੀ ਪੈਦਾ ਕੀਤਾ ਜੀਆਂ ਦੇ ਅੰਦਰ, ਮੋਹ ਵੀ ਆਪ ਹੀ ਪੈਦਾ ਕੀਤਾ ਹੈ, ਅਹੰ ਭਾਵ ਵੀ ਆਪ ਹੀ ਪੈਦਾ ਕੀਤਾ ਹੈ। ਪਰ ਇਹ ਸਾਰੇ ਸੀਮਾ ਦੇ ਵਿੱਚ ਰਹਿਣ, ਹੱਦਾਂ ਦੇ ਵਿੱਚ ਰਹਿਣ ਤਾਂ ਇਹ ਜ਼ਰੂਰੀ ਵੀ ਹਨ। ਪਾਣੀ ਜਿਹੜਾ ਹੈ, ਪੰਜੇ ਤੱਤ ਜਿਵੇਂ ਆਪ ਪੈਦਾ ਕੀਤੇ ਆ, ਇਸੇ ਤਰ੍ਹਾਂ ਪੰਜੇ ਵਿਕਾਰ ਵੀ ਤਾਂ ਪ੍ਰਭੂ ਦੇ ਹੁਕਮ ਦੇ ਵਿੱਚ ਹੀ ਪੈਦਾ ਹੋਏ ਆ। ਜੇ ਕਾਮ ਨਾ ਹੋਵੇ ਤੇ ਸੰਸਾਰ ਦੀ ਉਤਪਤੀ ਨਾ ਹੋਵੇ। ਸੰਸਾਰ ਦੀ ਪੈਦਾਇਸ਼ ਕਾਮ ਤੋਂ ਹੀ ਆ। ਇਸੇ ਤਰ੍ਹਾਂ ਪਾਣੀ ਹੈ ਪੰਜਾਂ ਤੱਤਾਂ ਵਿੱਚੋਂ, ਜੇ ਪਾਣੀ ਨਾ ਹੋਵੇ ਤੇ ਜ਼ਿੰਦਗੀ ਨਾ ਹੋਵੇ। ਅੰਮ੍ਰਿਤ ਬਾਣੀ ਚ ਮਹਾਰਾਜ ਨੇ ਆਖਿਆ, ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਹਰੇਕ ਮਨੁੱਖ ਨੂੰ ਪੀਣ ਵਾਸਤੇ ਪਾਣੀ ਚਾਹੀਦਾ ਹੈ। ਪਾਣੀ ਨਾ ਮਿਲੇ ਬੰਦਾ ਜਿਉਂਦਾ ਨਹੀਂ ਰਹਿ ਸਕਦਾ। ਹਰੇਕ ਪਸ਼ੂ ਨੂੰ ਪੀਣ ਵਾਸਤੇ ਪਾਣੀ ਚਾਹੀਦਾ ਹੈ, ਪੰਛੀ ਨੂੰ ਚਾਹੀਦਾ ਹੈ, ਫਸਲ ਨੂੰ ਚਾਹੀਦਾ, ਬਨਸਪਤੀ ਨੂੰ ਪਾਣੀ ਚਾਹੀਦਾ। ਪਾਣੀ ਨਦੀਆਂ ਦੇ ਕੰਢਿਆਂ ਦੇ ਵਿੱਚ ਚੱਲੇ, ਦਰਿਆਵਾਂ ਦੇ ਕੰਢਿਆਂ ਦੇ ਵਿੱਚ ਚੱਲੇ ਤੇ ਦੂਰ ਤੀਕ ਲੋਕਾਂ ਦੀ ਪਿਆਸ ਬੁਝਾਉਂਦਾ ਹੈ ਤੇ ਫਸਲਾਂ ਨੂੰ ਵੀ ਲੱਗਦਾ ਹੈ। ਰਾਜਸਥਾਨ ਤੀਕ ਚਲੇ ਜਾਂਦਾ ਇੱਥੋਂ ਦਾ ਪਾਣੀ, ਜੇ ਵਿੱਚ ਰਵੇ ਨਹਿਰਾਂ ਦੇ। ਪਰ ਜੇ ਉਛਲ ਕੇ ਹੜ੍ਹ ਦਾ ਰੂਪ ਧਾਰਨ ਕਰ ਲਵੇ ਤੇ ਫਿਰ ਤਬਾਹੀ ਮਚਾਉਂਦਾ ਹੈ। ਵਿੱਚ ਰਹਿਣਾ ਚਾਹੀਦਾ, ਸੀਮਾ ਦੇ ਵਿੱਚ, ਹੱਦ ਦੇ ਵਿੱਚ ਰਹਿਣਾ ਚਾਹੀਦਾ। ਇਸੇ ਤਰ੍ਹਾਂ ਅਗਨੀ ਤੱਤ ਹੈ। ਅਗਨੀ ਹੈ, ਕਿੰਨਾ ਕੰਮ ਕਰਦੀ ਹੈ। ਚੁੱਲ੍ਹੇ ਦੇ ਵਿੱਚ ਬਲੇ ਤੇ ਸਬਜ਼ੀ ਭਾਜੀ ਤਿਆਰ ਕਰਦੀ ਹੈ, ਪ੍ਰਸ਼ਾਦਾ ਤਿਆਰ ਕਰਦੀ ਹੈ, ਭੁੱਖ ਮਿਟਾਉਂਦੀ ਹੈ। ਹੋਰ ਕਿੰਨੇ ਅੱਗ ਦੇ ਨਾਲ ਕਾਰਜ ਹੁੰਦੇ। ਪਰ ਜੇ ਚੁੱਲ੍ਹੇ ਚੋਂ ਬਾਹਰ ਨਿਕਲ ਕੇ ਸਾਰੇ ਘਰ ਨੂੰ ਸਾੜਨ ਲੱਗ ਪਵੇ ਫਿਰ ਤਬਾਹੀ ਮਚਾਉਂਦੀ ਹੈ। ਚਾਹੀਦੀ ਅੱਗ ਵੀ ਹੈ ਪਰ ਸੀਮਾ ਵਿੱਚ ਰਵੇ, ਚਾਹੀਦਾ ਪਾਣੀ ਵੀ ਹੈ ਪਰ ਹੱਦਾਂ ਵਿੱਚ ਰਵੇ, ਚਾਹੀਦੀ ਹਵਾ ਵੀ ਹੈ, ਹਵਾ ਦੇ ਨਾਲ ਜੀਵਨ ਮਿਲਦਾ ਹੈ
ਪਰ ਜੇ ਉਹੀ ਝੱਖੜ ਬਣ ਜਾਵੇ, ਤੂਫਾਨ ਆ ਜਾਵੇ, ਜਿਹੜੀ ਹਵਾ ਜੀਵਨ ਦਿੰਦੀ ਸੀ ਉਹ ਜੀਵਨ ਲੈ ਵੀ ਲੈਂਦੀ ਹੈ। ਫਿਰ ਜਿਹੜਾ ਪਾਣੀ ਜੀਵਨ ਦਿੰਦਾ ਹੈ ਹੜ੍ਹ ਦਾ ਰੂਪ ਬਣ ਕੇ ਆ ਜਾਵੇ। 88 'ਚ ਆਇਆ ਸੀ ਇੱਧਰਲੇ ਇਲਾਕੇ 'ਚ ਜ਼ਿਆਦਾ, ਉਦੋਂ ਮਗਰੋਂ ਵੀ ਕਈ ਵਾਰੀ ਆ ਗਿਆ। ਕਈਆਂ ਦੇ ਘਰ ਰੋੜ ਦਿੱਤੇ, ਪਸ਼ੂ ਰੋੜ ਦਿੱਤੇ, ਫਸਲਾਂ ਦੀਆਂ ਫਸਲਾਂ ਤਬਾਹ ਕਰ ਦਿੱਤੀਆਂ। ਸੀਮਾ ਵਿੱਚ ਰਵੇ ਤੇ ਜੀਵਨ ਦਿੰਦਾ ਹੈ, ਸੀਮਾ ਤੋਂ ਟੱਪ ਜਾਵੇ ਤੇ ਬਰਬਾਦੀ ਕਰਦਾ ਹੈ। ਚਾਹੇ ਅੱਗ ਹੈ, ਸੀਮਾ ਵਿੱਚ ਰਵੇ ਤੇ ਜੀਵਨ ਦਿੰਦੀ ਹੈ, ਸੀਮਾ ਚੋਂ ਬਾਹਰ ਹੋ ਜਾਵੇ ਤੇ ਤਬਾਹੀ ਕਰਦੀ ਹੈ। ਇਸੇ ਤਰ੍ਹਾਂ ਪੰਜੇ ਵਕਾਰ ਹਨ। ਵਕਾਰ ਉਦੋਂ ਬਣਦੇ ਆ ਜਦੋਂ ਹੱਦ ਟੱਪ ਕੇ ਬਾਹਰ ਜਾਂਦੇ। ਮਰਿਆਦਾ ਵਿੱਚ ਰਵੇ ਤਾਂ ਫਿਰ ਇਹੀ ਜਿਹੜੇ ਆ, ਇਹਨਾਂ ਨੂੰ ਪੈਦਾ ਵੀ ਆਪ ਹੀ ਕੀਤਾ ਕਰਤਾ ਪੁਰਖ ਨੇ। ਸ੍ਰਿਸ਼ਟੀ ਦੀ ਹੋਂਦ ਵਿੱਚ ਇਹਨਾਂ ਦੀ ਲੋੜ ਹੈ, ਇਹਨਾਂ ਦੇ ਨਾਲ ਹੀ ਸੰਸਾਰ ਦੀ ਜਿਹੜੀ ਹੈ ਉਹ ਉਤਪਤੀ ਹੈ। ਲੋਭ ਹੈ ਜੀਆਂ ਦੇ ਅੰਦਰ ਆਪ ਹੀ ਪਾਇਆ, ਪਰ ਸੀਮਾ ਦੇ ਵਿੱਚ ਰਵੇ ਤੇ ਫਿਰ ਪਰਿਵਾਰ ਦੀ ਪਾਲਣਾ ਤੀਕ, ਲੋੜਾਂ ਦੀ ਪੂਰਤੀ ਤੀਕ ਰਵੇ ਤਾਂ ਠੀਕ ਹੈ। ਪਰ ਜਿਸ ਵੇਲੇ ਜ਼ਿਆਦਾ ਹੀ ਵੱਧ ਜਾਂਦਾ ਹੈ ਫਿਰ ਚੋਰੀ ਦਾ ਰੂਪ ਧਾਰਨ ਕਰ ਲੈਂਦਾ ਹੈ, ਫਿਰ ਠੱਗੀ ਦਾ ਰੂਪ ਧਾਰਨ ਕਰ ਲੈਂਦਾ ਹੈ, ਫਿਰ ਦੂਸਰਿਆਂ ਨੂੰ ਕਤਲ ਵੀ ਕਰਨ ਲੱਗ ਪੈਂਦਾ ਹੈ ਤੇ ਫਿਰ ਦੂਸਰਿਆਂ ਦੇ ਜੀਵਨ ਵੀ ਲੈਣ ਲੱਗ ਪੈਂਦਾ ਹੈ। ਹੱਦ ਤੋਂ ਟੱਪਿਆ ਕੋਈ ਵੀ ਜਿਹੜਾ ਹੈ ਉਹ ਨੁਕਸਾਨਦਾਇਕ ਹੈ, ਭਾਵੇਂ ਉਹ ਕੋਈ ਤੱਤ ਹੈ, ਭਾਵੇਂ ਉਹ ਕੋਈ ਵਿਕਾਰ ਹੈ ਆ ਕਰਤੇ ਪੁਰਖ ਦਾ ਖੇਲ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਦੀ ਕੁਦਰਤ ਦੇ ਵਿੱਚ ਅੱਗ ਹੈ, ਉਸੇ ਤਰ੍ਹਾਂ ਇਹ ਮਾਇਆ ਦੀ ਅਗਨੀ ਹੈ, ਬਾਹਰ ਬਲਦੀ ਹੈ। ਮਾਇਆ ਅਗਨ ਸਭ ਇੱਕੋ ਜੇ ਹੀ, ਕਰਤਾ ਖੇਲ ਰਚਾਇਆ ਹੈ ਤਾਂ ਖੇਡ ਹੀ ਰਚਾਇਆ ਹੋਇਆ ਕਰਤੇ ਨੇ। ਮੋਹ ਵੀ ਉਹਨੇ ਆਪ ਹੀ ਪਾਇਆ। ਵਿਚਾਰ ਕੇ ਵੇਖੀਏ, ਜੇ ਮੋਹ ਨਾ ਹੋਵੇ ਤੇ ਫਿਰ ਸੰਬੰਧ ਹੀ ਕੋਈ ਨਾ ਬਣੇ ਕਿਸੇ ਨਾਲ। ਜੇ ਹੁਣ ਘਰ ਨੂੰ ਜਾਂਦੇ ਆਪਾਂ ਵਾਪਸ, ਕਿ ਹੁਣ ਘਰੇ ਵੀ ਜਾਣਾ ਵਾ, ਤੇ ਇੱਕ ਮੋਹ ਹੀ ਆ ਜਿਹੜਾ ਵਾਪਸ ਲੈ ਕੇ ਜਾਂਦਾ। ਵੀ ਘਰੇ ਮਾਂ ਬੈਠੀ ਹੈ, ਪਿਤਾ ਬੈਠਾ ਹੈ, ਘਰ ਵਾਲੀ ਹੈ, ਧੀਆਂ ਪੁੱਤਰ ਹਨ, ਤੇ ਮੋਹ ਕਰਕੇ ਹੀ ਘਰੇ ਜਾਂਦੇ ਆ ਨਾ ਵਾਪਸ। ਜੇ ਮੋਹ ਨਾ ਹੋਵੇ ਤਾਂ ਕੋਈ ਕਿਸੇ ਦੇ ਕੋਲੇ ਜਾਵੇ ਹੀ ਨਾ, ਕੋਈ ਕਿਸੇ ਨਾਲ ਸੰਬੰਧ ਹੀ ਨਾ ਕਿਸੇ ਦਾ ਜੁੜੇ। ਮੋਹ ਚਾਹੀਦਾ ਸੀ ਤਾਂ ਹੀ ਪਰਮੇਸ਼ਰ ਨੇ ਪਾਇਆ ਵਿੱਚ, ਪਰ ਮੋਹ ਓਨਾ ਕੁ ਰਵੇ, ਇਹ ਵੀ ਹੱਦ ਬੰਨਾ ਟੱਪ ਕੇ ਜ਼ਿਆਦਾ ਹੀ ਨਾ ਹੋ ਜਾਵੇ। ਜਿੰਨਾ ਕੁ ਚਾਹੀਦਾ ਓਨਾ ਕੁ ਰਹਿਣਾ ਚਾਹੀਦਾ, ਸੀਮਾ ਦੇ ਵਿੱਚ, ਹੱਦ ਦੇ ਵਿੱਚ। ਇਸੇ ਤਰ੍ਹਾਂ ਹੀ ਪੰਜਾਂ ਦੀ ਵਿਚਾਰ ਹੈ। ਜੇ ਸੀਮਾ ਵਿੱਚ ਰਹਿਣ ਤਾਂ ਫਿਰ ਇਹ ਲਾਭਦਾਇਕ ਹਨ, ਫਿਰ ਸੰਸਾਰ ਚੱਲਦਾ ਹੀ ਇਹਨਾਂ ਦੇ ਨਾਲ ਹੈ। ਜੇ ਇਹ ਉੱਕਾ ਹੀ ਸਮਾਪਤ ਹੋ ਜਾਣ ਪੰਜੇ ਦੇ ਪੰਜੇ, ਤੇ ਫਿਰ ਸੰਸਾਰ ਦੀ ਕਾਮ ਹੋਵੇ ਹੀ ਨਾ ਤੇ ਸੰਸਾਰ ਵੀ ਨਾ ਹੋਵੇ। ਫਿਰ ਇਸੇ ਤਰ੍ਹਾਂ ਬਾਕੀ ਦੇ ਨਾ ਹੋਣ ਤੇ ਸੰਸਾਰ ਦਾ ਤਾਲਮੇਲ ਹੀ ਨਾ ਹੋਵੇ। ਪਰ ਮਹਾਰਾਜ ਕਹਿੰਦੇ ਸੀਮਾ ਵਿੱਚ ਰਹਿਣੇ ਚਾਹੀਦੇ ਆ, ਇਹ ਕਿਸੇ ਦਾਇਰੇ ਦੇ ਵਿੱਚ ਰਹਿਣੇ ਚਾਹੀਦੇ ਆ ਭਾਈ। ਹੈ ਕਰਤੇ ਪੁਰਖ ਦਾ ਖੇਲ, ਉਸ ਵਾਹਿਗੁਰੂ ਜੀ ਨੇ ਇਹ ਖੇਲ ਰਚਾਇਆ ਹੋਇਆ। ਇੱਕ ਖੇਡ ਹੈ ਸੰਸਾਰ, ਇੱਕ ਤਮਾਸ਼ਾ ਹੈ। ਤਾਂ ਇਹ ਦੋਵਾਂ ਦਾ ਜੋੜ ਹੈ, ਤਾਲਮੇਲ ਹੈ, ਇਹ ਬਰਾਬਰਤਾ ਕਰਕੇ ਰੱਖਣੀ ਹੈ। ਗੁਰੂ ਸਾਹਿਬ ਜੀ ਕਹਿੰਦੇ ਧਰਮ ਤੇ ਮਾਇਆ। ਕਈਆਂ ਨੇ ਧਰਮ ਨੂੰ ਅਪਣਾਉਣ ਵਾਸਤੇ, ਧਰਮ ਦੇ ਨਾਲ ਜੁੜਨ ਵਾਸਤੇ ਉਹਨਾਂ ਨੇ ਸੰਸਾਰ ਨੂੰ ਉੱਕਾ ਹੀ ਤਿਆਗ ਦਿੱਤਾ। ਕਹਿੰਦੇ ਵੀ ਸੰਸਾਰ ਤੇ ਚਾਹੀਦਾ ਹੀ ਨਹੀਂ ਹੈ, ਪਰਿਵਾਰ ਤੇ ਚਾਹੀਦਾ ਹੀ ਨਹੀਂ ਹੈ, ਘਰ ਤਾਂ ਚਾਹੀਦਾ ਹੀ ਨਹੀਂ ਹੈ। ਫਿਰ ਕੀ ਚਾਹੀਦਾ? ਕਹਿੰਦੇ ਘਰ ਛੱਡ ਕੇ ਜੰਗਲ 'ਚ ਚਲੇ ਜਾਈਏ। ਨਹੀਂ ਚਾਹੀਦਾ ਪਰਿਵਾਰ, ਨਹੀਂ ਚਾਹੀਦੀ ਮਾਇਆ, ਸਭ ਕੁਝ ਛੱਡ ਕੇ ਅਸੀਂ ਜੰਗਲਾਂ ਨੂੰ ਚੱਲੇ, ਜੰਗਲ 'ਚ ਚਲੇ ਗਏ। ਪਰ ਜੰਗਲ ਵਿੱਚ ਜਾ ਕਰਕੇ ਫਿਰ ਵੀ ਜਿਹੜੀਆਂ ਚੀਜ਼ਾਂ ਛੱਡਣੀਆਂ ਸੀ ਉਹਨਾਂ ਨੇ ਉੱਥੇ ਵੀ ਸਤਾਇਆ। ਬੰਦਾ ਜੰਗਲ ਵਿੱਚ ਚਲੇ ਗਿਆ, ਉਹਨੇ ਪਰਿਵਾਰ ਛੱਡ ਦਿੱਤਾ, ਪਰ ਮੋਹ ਉੱਥੇ ਵੀ ਨਾਲ ਹੀ ਉਹਦੇ ਗਿਆ। ਪਰਿਵਾਰ ਛੱਡ ਦਿੱਤਾ, ਕਾਮ ਉੱਥੇ ਵੀ ਨਾਲ ਹੀ ਗਿਆ ਜੰਗਲ ਦੇ ਵਿੱਚ। ਘਰ ਛੱਡ ਕੇ ਜੰਗਲ ਵਿੱਚ ਚਲੇ ਗਿਆ, ਕ੍ਰੋਧ ਨਾਲ ਹੀ ਗਿਆ ਉੱਥੇ ਜੰਗਲ ਵਿੱਚ ਵੀ, ਮੋਹ ਨਾਲ ਹੀ ਗਿਆ। ਇੱਥੇ 4-5 ਮੈਂਬਰ ਸੀ ਪਰਿਵਾਰ ਦੇ,
महाराज ने तो आख्या परिवार विच रह के तू मोह का त्याग कर दे, पाल परिवार नूं, पर इस तरीके नाल रह भी ये वाहिगुरु परमेश्वर ने ਉਹਦੇ ही दिते हुए सारे साख संबंध बनाए हुए आ, इन्हां दी पालना भी करनी है, जिम्मेवारी वाहिगुरु ने लाई आ, पर ਉਹਦੀ बंदगी भी करनी है। ये वारी वारी संजोगां नाल मिले आ ते वारी वारी विजोगां नाल इन्हां ने विछड़ भी जाना। ये संजोग विजोग धुर तो ही लिखिया करते पुरख ने, पूर्व जन्म के मिले संजोगी, पूर्वला भी संजोग सी इन्हां नाल हुण मिले आ ते मिले भी वारी वारी आ। हर एक दी जन्म तरीक वखरी वखरी है ते हर एक ने जाना भी वखरी वखरी, आपो अपनी वारी नाल, वारी आपो अपनी, कोई ना बंधे धीर, वारी वारी आए आ ते वारी वारी जाना इन्हां ने। संजोग विजोग तुरहो ही हुआ, संजोग विजोग तो कार चलावै, लेखे आवै भाग रहना विच सी। पर इस गल नूं समझ के भी ये मन प्यारिया तू सदा सच संभाले, परिवार विच रहिंदिआं सच नूं संभाल। एक खेड वा संसार दी, इनू खेडना भी जरूरी आ, इहदे विच रहना वे, इनू छड्ड के जंगल च नहीं जाना, रहना विच है। पर महाराज कहंदे तू इसे नूं जंगल दी तरह समझ ला। रे मन ऐसो कर सने आसा, बन से सदन सभै कर समझो, मन ही माहे उदासा। मन करके उदास, मन करके घर नूं जंगल समझ ला। इन्हां विच रहिंदिआं इस गल नूं समझ ला, ए मन प्यारिआ तू सदा सच संभाले। एहो कुटुंब तू जे देखदा, चलै नाही तेरे नाले, साथ तेरे चलै नाही, भी तेरे नाल आए भी नहीं है, तू कल्ला ही आया। ये वारी वारी आए आ ते तेरे नाल जाना भी नहीं, कल्ले कल्ले आए ते कल्ले कल्लिआं ने चले जाना। आवत अकेला जात अकेला, हम तुम संग झूठे सब बोला। वारी वारी नांगे आवन नांगे जाना, कोई ना रहे राजा राणा। इस तरह की यह खेड है संसार की। ते महाराज कहंदे इस गल नूं समझ के, एहो कुटुंब तू जे देखदा, चलै नाही तेरे नाले, साथ तेरे चलै नाही, तिस नाल क्यों चित लाइए। भी पालना करनी सी, जिम्मेवारियां निभाउणियां सी, पर चित करता पुरख नाल जोड़ना। साथ तेरा चलै नाही, तिस नाल क्यों चित लाइए। ऐसा कम मूले ना कीजै, जित अंत पछताइए। सतगुरु का उपदेश सुन तू, रहना परिवार विच सी, पर सतगुरु जी का उपदेश भी सुनना सी। सतगुरु का उपदेश सुन तू, होवै तेरे नाले, कहे नानक मन प्यारे, तू सदा सच संभाले। सदा सच नूं संभालना सी। परिवार छड्ड करके जंगल विच चले गया, पर मोह उत्थे भी नाल गया। इत्थे 5-7 मैंबर से, उत्थे कई चेले बन गए, उन्हां विच मोह पै गया, उत्थे हंकार भी नाल ही गया। सतगुरु कहंदे छड्डने ते विकार से, छड्ड दिता संसार, छड्ड दिता परिवार। पदार्थां विच रह करके छड्डना सी, पदार्थां दा मोह छड्डणियां सी, माड़ियां आदतां छड्डने सी औगण। पर इसने परिवार ही छड्ड दिता, संसार ही छड्ड दिता, जंगलों में चले गया। ते जिहड़ियां चीज़ां छड्डणियां सी, वो छड्डियां ना गईयां, वो नाल उत्थे ही गईयां। गृहो ताज बन खंड जाइए, चुन खाइए कंदा, अजो बेकार ना छोड़ाई, पापी मन मंदा। जंगल विच बैठा कल्ला ये पापी भैड़ा, उत्थे भी भैड़े फुरने लई जांदा है, उत्थे भी माड़ियां सोचां माड़े फुरने नाल ही तुरे आउंदे, उस थां दे उत्ते भी सब कुछ नाल ही। इसे नूं फिर महाराज साहब ने आख्या, काहे रे मन खोजन जाई, सर्ब निवासी सदा अलेपा, तो ही संग समाई। पोह मद ज्यों बास बसत है, मुकर माहे जैसे शाई, तैसे ही हर बसे निरंतर, घट ही खोजो भाई। हे भाई, खोज तां अपने आप दी करनी सी, अपने हिरदे की खोज करनी सी। घर विच रहिंदिआं, परिवार विच रहिंदिआं निर्लेप रहना सी। ये करते दी खेल समझ करके, ये संसार नूं करते दा तमाशा समझ करके, दे विच रह करके ते उस वाहिगुरु दे नाल जुड़ करके रहना सी। इस नूं समझना सी, वाहो वाहो का बड़ा तमाशा, आपे हसै आपे ही चितवै, आपे चंद सूर परगासा, आपे जल आपे थल थमन, आपे किया घट घट बासा, आपे नारे आपे फुण नारी, आपे सारे आप ही पासा,
ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਬਟਾ ਤਮਾਸ਼ਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਮਾਇਆ ਦੀ ਅੱਗ ਤੇ ਗਰਭ ਦੀ ਅੱਗ ਸਭ ਇੱਕੋ ਜਿਹੀ ਆ। ਇਹ ਭਾਈ ਕਰਤੇ ਪੁਰਖ ਵਾਹਿਗੁਰੂ ਜੀ ਨੇ ਇੱਕ ਖੇਲ ਰਚਾਇਆ ਹੋਇਆ ਹੈ। ਜਾ ਤਿਸ ਭਾਣਾ ਤਾਂ ਜੰਮਿਆ। ਭਾਣਾ ਦਾ ਅਰਥ ਹੈ ਸਾਧ ਸੰਗਤ ਜੀ, ਜਿਸ ਵੇਲੇ ਵਾਹਿਗੁਰੂ ਜੀ ਨੂੰ ਭਾਇਆ, ਪਰਮੇਸ਼ਰ ਨੂੰ ਚੰਗਾ ਲੱਗਾ। ਭਾਣਾ ਦਾ ਭਾਵ ਹੈ ਹੁਕਮ। ਜਦੋਂ ਵਾਹਿਗੁਰੂ ਜੀ ਦਾ ਹੁਕਮ ਹੋਇਆ, ਜਾ ਤਿਸ ਭਾਣਾ, ਤਿਸ ਤੋਂ ਭਾਵ ਵਾਹਿਗੁਰੂ ਅਕਾਲ ਪੁਰਖ। ਜਦੋਂ ਤਿਸ ਵਾਹਿਗੁਰੂ ਜੀ ਦਾ ਭਾਣਾ ਹੋਇਆ, ਹੁਕਮ ਹੋਇਆ, ਤਾਂ ਜੰਮਿਆ, ਤਾਂ ਫਿਰ ਜੀਵ ਦਾ ਜਨਮ ਹੋਇਆ, ਇਹਨੇ ਜਨਮ ਲਿਆ। ਭਾਣਾ ਜਿਹੜਾ ਹੈ ਆਮ ਸਾਡੀ ਬੋਲੀ ਵਿੱਚ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ, ਉਸ ਵੇਲੇ ਆਪਾਂ ਕਹਿੰਦੇ ਆ ਵੀ ਭਾਣਾ ਵਰਤ ਗਿਆ, ਭਾਣਾ ਹੋਇਆ, ਭਾਣਾ ਵਾਪਰ ਗਿਆ। ਪਰ ਭਾਣੇ ਤੋਂ ਬਿਨਾਂ ਤਾਂ ਕੁਝ ਹੈ ਹੀ ਨਹੀਂ ਸਾਧ ਸੰਗਤ ਜੀ। ਇੱਥੇ ਮਹਾਰਾਜ ਕਹਿ ਰਿਹਾ ਜਾ ਤਿਸ ਭਾਣਾ ਤਾਂ ਜੰਮਿਆ। ਉਂਝ ਆਮ ਸੰਸਾਰ ਭਾਣੇ ਨੂੰ ਜਨਮ ਨਾਲ ਨਹੀਂ ਜੋੜਦਾ। ਜਿਸ ਵੇਲੇ ਕਿਸੇ ਦਾ ਜਨਮ ਹੁੰਦਾ ਹੈ, ਬੱਚੇ ਬੱਚੀ ਦਾ, ਉਦੋਂ ਤਾਂ ਇਹ ਕੋਈ ਨਹੀਂ ਕਹਿੰਦਾ ਵੀ ਵਾਹਿਗੁਰੂ ਦਾ ਭਾਣਾ ਹੋਇਆ ਜੀ, ਬੱਚੇ ਦਾ ਜਨਮ ਹੋਇਆ। ਆਮ ਕਰਕੇ ਇਹੀ ਖਿਆਲ ਕੀਤਾ ਜਾਂਦਾ ਵੀ ਭਾਣਾ ਜਿਹੜਾ ਵਾ ਇਹ ਮਰਨ ਨਾਲ ਹੀ ਆਖਿਆ ਜਾਂਦਾ ਆਖਰ। ਪਰ ਭਾਣੇ ਦਾ ਅਰਥ ਹੈ ਹੁਕਮ, ਵਾਹਿਗੁਰੂ ਜੀ ਦੀ ਰਜਾ। ਪ੍ਰਭੂ ਜੀ ਨੂੰ ਜਿਵੇਂ ਭਾਇਆ, ਤਾਂ ਭਾਣੇ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ। ਜਨਮ ਵੀ ਭਾਣੇ ਵਿੱਚ ਹੈ, ਮਰਨ ਵੀ ਭਾਣੇ ਵਿੱਚ ਹੈ। ਇਸ ਕਰਕੇ ਗਰੀਬ ਨਵਾਜ ਸਾਹਿਬ ਕਹਿੰਦੇ ਜਾ ਤਿਸ ਭਾਣਾ। ਜਦੋਂ ਤਿਸ ਪਰਮੇਸ਼ਰ ਦਾ ਭਾਣਾ ਹੋਇਆ ਤਾਂ ਇਹ ਜੀਵ ਨੇ ਫਿਰ ਜਨਮ ਲੈਣਾ ਕੀਤਾ। ਪਰਿਵਾਰ ਭਲਾ ਪਾਇਆ। ਤੇ ਇਸ ਦੇ ਪਰਿਵਾਰ ਨੂੰ ਫਿਰ ਭਲਾ ਪਾਇਆ। ਭਲਾ ਮੈਨੇ ਚੰਗਾ ਲੱਗਾ। ਫਿਰ ਚੰਗਾ ਲੱਗਾ ਵੀ ਬੱਚੇ ਦਾ ਜਨਮ ਹੋਇਆ। ਪਰਿਵਾਰ ਨੂੰ ਬੜਾ ਭਲਾ ਪਾਇਆ, ਬਹੁਤ ਚੰਗਾ ਲੱਗਾ ਉਸ ਮੌਕੇ ਤੇ। ਸਾਰਾ ਪਰਿਵਾਰ ਲਾਡ ਪਿਆਰ ਕਰਦਾ ਹੈ, ਵਧਾਈਆਂ ਦਿੰਦਾ ਹੈ, ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਪਰਿਵਾਰ ਨੂੰ ਭਲਾ ਪਾਇਆ। ਪਰਿਵਾਰ ਨੂੰ ਇਹ ਚੰਗਾ ਲੱਗਾ ਹੈ ਕਿ ਸਾਡੇ ਘਰ ਦੇ ਵਿੱਚ ਇਹ ਬੱਚੇ ਦਾ ਜਨਮ ਹੋਇਆ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਪਰ ਪਰਿਵਾਰ ਨੇ ਜਿਸ ਵੇਲੇ ਖੁਸ਼ੀਆਂ ਮਨਾਈਆਂ, ਬੜਾ ਪਰਿਵਾਰ ਨੇ ਚਾਅ ਮਨਾਇਆ, ਬਹੁਤ ਚੰਗਾ ਲੱਗਾ ਤੇ ਵਧਾਈਆਂ ਦਿੱਤੀਆਂ ਗਈਆਂ। ਪਰ ਸਤਿਗੁਰੂ ਕਹਿੰਦੇ ਇੱਧਰ ਇਹ ਤਾਂ ਖੁਸ਼ੀਆਂ ਮਨਾ ਰਹੇ ਆ, ਪਰ ਜਿਹੜੀ ਲਿਵ ਲੱਗੀ ਹੋਈ ਸੀ ਨਾ ਗਰਭ ਦੇ ਵਿੱਚ ਪੁੱਠੇ ਲਟਕਦੇ ਹੋਏ ਦੀ, ਉਹ ਲਿਵ ਟੁੱਟ ਗਈ। ਜਿਸ ਵੇਲੇ ਸੰਸਾਰ ਦੇ ਵਿੱਚ ਇਹ ਜੀਵ ਆਇਆ ਜਨਮ ਲੈ ਕਰਕੇ, ਉਸੇ ਦਿਨ ਤੋਂ ਹੀ ਲਿਵ ਛੁੜਕੀ। ਛੁੜਕੀ ਤੋਂ ਭਾਵ ਹੈ ਛੁੱਟ ਗਈ, ਟੁੱਟ ਗਈ ਲਿਵ। ਜੁੜੀ ਹੋਈ ਸੀ ਗਰਭ ਦੇ ਵਿੱਚ ਲਿਵ, ਵਾਹਿਗੁਰੂ ਦੇ ਨਾਲ ਲੱਗੀ ਹੋਈ ਸੀ। ਪਰ ਜਨਮ ਲੈਂਦਿਆਂ ਸਾਰ ਮਾਹੌਲ ਹੀ ਇਸ ਤਰ੍ਹਾਂ ਦਾ ਮਿਲਿਆ ਘਰ ਦੇ ਵਿੱਚ, ਲਿਵ ਛੁੜਕੀ, ਲਿਵ ਛੁੱਟ ਗਈ। ਕੀ ਹੋਇਆ ਫਿਰ? ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਲੱਗ ਗਈ। ਸਭ ਤੋਂ ਪਹਿਲੇ ਦਿਨ ਬੱਚੇ ਨੂੰ ਤ੍ਰਿਸ਼ਨਾ ਲੱਗੀ ਦੁੱਧ ਪੀਣ ਦੀ, ਮਾਤਾ ਦਾ ਦੁੱਧ ਪੀਤਾ ਇਸਨੇ। ਫਿਰ ਹੌਲੀ ਹੌਲੀ ਹੋਰ ਤ੍ਰਿਸ਼ਨਾ ਲੱਗ ਗਈ, ਇਹ ਖਾਣ ਪੀਣ ਦੀ ਤ੍ਰਿਸ਼ਨਾ। ਜਿਵੇਂ ਜਿਵੇਂ ਫਿਰ ਸਰੀਰ ਵੱਡਾ ਹੋਇਆ, ਫਿਰ ਪਦਾਰਥਾਂ ਦੀ ਤ੍ਰਿਸ਼ਨਾ ਲੱਗੀ ਗਈ। ਫਿਰ ਤਾਂ ਆਖਰੀ ਸਾਹ ਦੀ ਇੱਕ ਤ੍ਰਿਸ਼ਨਾ ਦੇ ਵਿੱਚ ਹੀ ਜੀਵਨ ਬਤੀਤ ਹੋਇਆ। ਤ੍ਰਿਸ਼ਨਾ ਵੱਧਦੀ ਗਈ, ਜੀਵਨ ਘਟਦਾ ਜਾਂਦਾ ਹੈ, ਸਵਾਸ ਫਿਰ ਘਟਦੇ ਜਾਂਦੇ ਆ, ਉਮਰ ਘਟਦੀ ਜਾਂਦੀ ਆ ਤੇ ਤ੍ਰਿਸ਼ਨਾ ਵੱਧਦੀ ਜਾਂਦੀ। ਤ੍ਰਿਸ਼ਨਾ ਨਹੀਂ ਫਿਰ ਪੂਰੀ ਹੁੰਦੀ, ਸਾਰੇ ਜੀਵਨ ਦੇ ਵਿੱਚ ਤ੍ਰਿਸ਼ਨਾ ਜਿਹੜੀ ਹੈ ਉਹ ਵੱਧਦੀ ਜਾਂਦੀ ਫਿਰ। ਤੇ ਟੁੱਟ ਉਸੇ ਦਿਨ ਹੀ ਗਈ ਜਿਸ ਦਿਨ ਜਨਮ ਹੋਇਆ। ਲਿਵ ਛੁੜ ਕੇ ਉਸੇ ਦਿਨ ਲਿਵ ਟੁੱਟ ਗਈ, ਲੱਗੀ ਤ੍ਰਿਸ਼ਨਾ, ਤੇ ਤ੍ਰਿਸ਼ਨਾ ਉਸੇ ਦਿਨ ਤੋਂ ਹੀ ਆਰੰਭ ਹੋ ਗਈ, ਲੱਗ ਗਈ ਤ੍ਰਿਸ਼ਨਾ ਫਿਰ। ਜਿਸ ਨੂੰ ਮਹਾਰਾਜ ਸਾਹਿਬ ਨੇ ਆਪਣੀ ਰਸਨਾ ਤੋਂ ਇਸ ਤਰ੍ਹਾਂ ਵੀ ਕਥਨ ਕੀਤਾ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ। ਪਹਿਲਾ ਇਹਦਾ ਪਿਆਰ ਜਿਹੜਾ ਸੀ, ਇਹਦੀ ਤ੍ਰਿਸ਼ਨਾ ਜਿਹੜੀ ਸੀ, ਉਹ ਮਾਤਾ ਦਾ ਦੁੱਧ ਪੀਣ ਵਿੱਚ ਲੱਗ ਗਈ। ਜਨਮ ਹੋਣ ਤੋਂ ਬਾਅਦ ਉਸੇ ਵੇਲੇ ਹੀ ਨਾਮ ਭੁੱਲ ਗਿਆ ਇਸ ਨੂੰ। ਦੂਜਾ ਮਾਏ ਬਾਪ ਕੀ ਸੁੱਧ। ਥੋੜਾ ਜਿਹਾ ਵੱਡਾ ਹੋਇਆ ਤੇ ਫਿਰ ਇਹਨੂੰ
ਇੰਨੀ ਕੁ ਸੁੱਧ ਆਈ, ਇੰਨੀ ਕੁ ਹੋਸ਼ ਆਈ ਵੀ ਇਹ ਮੇਰੀ ਮਾਤਾ ਹੈ ਤੇ ਇਹ ਮੇਰੇ ਪਿਤਾ ਜੀ ਹਨ। ਤੀਜੀ ਅਵਸਥਾ ਵਿੱਚ ਤੀਜੇ ਭਈਆ, ਭਾਬੀ, ਬੇਬ। ਫਿਰ ਇਹਨੂੰ ਪਤਾ ਲੱਗਾ ਵੀ ਆ ਮੇਰਾ ਭਰਾ ਹੈ, ਮੇਰੀ ਭਰਜਾਈ ਹੈ, ਇਹ ਭੈਣ ਹੈ। ਬੇਬ ਬੇਬੇ ਹੈ, ਭੈਣ ਹੈ। ਭੈਣ ਨੂੰ ਬੇਬੇ ਕਿਹਾ ਜਾਂਦਾ। ਆਮ ਕਈਆਂ ਇਲਾਕਿਆਂ ਵਿੱਚ ਦਾਦੀ ਨੂੰ ਵੀ ਬੇਬੇ ਕਹਿ ਦਿੰਦੇ ਆ, ਪਰ ਇੱਥੇ ਭੈਣ ਨੂੰ ਬੇਬ ਆਖਿਆ। ਤੀਜੀ ਅਵਸਥਾ ਵਿੱਚ ਇਹਨੂੰ ਇਧਰਲੇ ਪਾਸੇ ਹੋਸ਼ ਆਉਂਦੀ ਹੈ ਕਿ ਮੇਰਾ ਭਰਾ ਤੇ ਭਰਜਾਈ ਤੇ ਆ ਭੈਣ ਹੈ। ਤੀਜੇ ਭਈਆ, ਭਾਬੀ, ਬੇਬ। ਫਿਰ ਚੌਥੀ ਅਵਸਥਾ ਜੀਵਨ ਦੀ, ਚੌਥੇ ਪਿਆਰ, ਉਪੰਨੀ ਖੇਡ। ਫਿਰ ਖੇਡਾਂ ਵਿੱਚ ਇਹਦਾ ਮੋਹ ਪੈ ਗਿਆ। ਮਾਂ ਪਿਓ ਆਵਾਜ਼ਾਂ ਮਾਰਦੇ ਰਹਿੰਦੇ ਆ, ਇਹ ਹਨੇਰੇ ਤੀਕ ਖੇਡੀ ਹੀ ਜਾਂਦਾ। ਪੜ੍ਹਨ ਵਾਸਤੇ ਸਕੂਲ ਜਾਂਦਾ ਹੈ, ਉੱਥੇ ਵੀ ਖੇਡਣ ਵਿੱਚ ਪਰਚਿਆ ਰਹਿੰਦਾ। ਆਉਂਦਿਆਂ ਜਾਂਦਿਆਂ ਵੀ ਖੇਡਦਾ। ਫਿਰ ਇਹਨੂੰ ਖੇਡਾਂ ਚੰਗੀਆਂ ਲੱਗੀਆਂ। ਜੀਵਨ ਵਿੱਚ ਅਵਸਥਾ ਐਸੀ ਆਉਂਦੀ ਹੈ ਸੰਸਾਰੀ। ਚੌਥੇ ਪਿਆਰ, ਉਪੰਨੀ ਖੇਡ। ਫਿਰ ਮਾਰੇ ਕਹਿੰਦੇ ਪੰਜਵੀਂ ਹਾਲਤ ਦੀ ਹੁੰਦੀ ਹੈ ਪੰਜਵੇਂ ਖਾਣ ਪੀਣ ਕੀ ਧਾਤ। ਫਿਰ ਇਹ ਖਾਣ ਪੀਣ ਵਾਸਤੇ ਦੌੜ ਲੱਗਦੀ ਹੈ। ਇਹ ਭੱਜਦਾ ਹੈ, ਖਾਂਦਾ ਪੀਂਦਾ ਹੈ, ਹਰ ਵੇਲੇ ਖਾਈ ਜਾਂਦਾ। ਇਹਨੂੰ ਹਰ ਵੇਲੇ ਇਹਦੇ ਅੰਦਰ ਖਾਣ ਪੀਣ ਦਾ ਹੀ ਉਤਸ਼ਾਹ ਬਣਿਆ ਰਹਿੰਦਾ। ਸ਼ਿਵੈ ਕਾਮ ਨਾ ਪੁੱਛੈ ਜਾਤ। ਇਹ ਜਿਉਂ ਜਨਮ ਤੋਂ ਲਿਵ ਟੁੱਟੀ ਤੇ ਫਿਰ ਇਸ ਤਰ੍ਹਾਂ ਦੀ ਤ੍ਰਿਸ਼ਨਾ ਲੱਗੀ ਇਹਦੇ ਜੀਵਨ ਵਿੱਚ। ਮਹਾਰਾਜ ਕਹਿੰਦੇ ਫਿਰ ਛੇਵੀਂ ਅਵਸਥਾ ਆਉਂਦੀ ਹੈ ਤੇ ਫਿਰ ਇਹਦੇ ਅੰਦਰ ਕਾਮ ਪ੍ਰਬਲ ਹੋ ਜਾਂਦਾ ਹੈ, ਵਿਕਾਰ ਪੈਦਾ ਹੁੰਦਾ ਹੈ ਤੇ ਫਿਰ ਇਹ ਕੋਈ ਜਾਤੀ ਵੀ ਨਹੀਂ ਪੁੱਛਦਾ ਹੈ। ਫਿਰ ਵਿਕਾਰ ਦੇ ਵਿੱਚ ਖਚਿਤ ਹੋ ਜਾਂਦਾ। ਸ਼ਿਵੈ ਕਾਮ ਨਾ ਪੁੱਛੈ ਜਾਤ, ਸਤਵੇਂ ਸੰਜ ਕੀਆ ਘਰ ਵਾਸ। ਫਿਰ ਸਤਵੀਂ ਅਵਸਥਾ ਇਹਦੇ ਤੇ ਆਉਂਦੀ ਹੈ, ਇਹਦਾ ਵਿਆਹ ਹੋ ਜਾਂਦਾ। ਫਿਰ ਘਰ ਵਾਲਾ ਬਣ ਜਾਂਦਾ। ਫਿਰ ਸਾਜੋ ਸਮਾਨ ਇਕੱਠਾ ਕਰਦਾ ਹੈ, ਕਿਉਂਕਿ ਘਰ ਗ੍ਰਸਤੀ ਹੋ ਗਿਆ, ਵਹਿ ਆ ਗਿਆ। ਹੁਣ ਘਰ ਵਿੱਚ ਸਭ ਸੌਦਾ ਪੱਤਾ ਵੀ ਚਾਹੀਦਾ, ਸਾਰਾ ਕੁਝ ਚਾਹੀਦਾ ਘਰ ਵਿੱਚ ਜੋ ਲੋੜਾਂ ਦੀ। ਫਿਰ ਉਹ ਸਾਜੋ ਸਮਾਨ ਇਕੱਠਾ ਕਰਦਾ, ਉਧਰਲੇ ਪਾਸੇ ਤ੍ਰਿਸ਼ਨਾ ਲੱਗਦੀ ਹੈ। ਸਤਵੇਂ ਸੰਜ ਕੀਆ ਘਰ ਵਾਸ। ਸੰਜ ਮੈਨੇ ਇਕੱਠਾ ਕੀਤਾ ਇਹਨੇ ਪਦਾਰਥ, ਘਰ ਵਿੱਚ ਵਾਸਾ ਕੀਤਾ। ਅੱਠਵੇਂ ਕ੍ਰੋਧ ਹੋਆ ਤਨ ਨਾਸ। ਫਿਰ ਸੰਸਾਰ ਹੈ, ਕੋਈ ਕੰਮ ਬਣਦਾ ਹੈ, ਕੋਈ ਵਿਗੜਦਾ ਹੈ। ਕਿਸੇ ਵੇਲੇ ਲਾਭ ਹੁੰਦਾ, ਕਿਸੇ ਵੇਲੇ ਘਾਟਾ ਪੈਂਦਾ ਹੈ, ਕਿਸੇ ਵੇਲੇ ਖੁਸ਼ੀ ਹੁੰਦੀ ਹੈ, ਕਿਸੇ ਵੇਲੇ ਗਮੀ ਹੁੰਦੀ ਹੈ। ਜਦੋਂ ਇਸ ਤਰ੍ਹਾਂ ਦਾ ਵਾਤਾਵਰਨ ਬਣਦਾ ਹੈ ਫਿਰ ਗੁੱਸਾ ਆਉਂਦਾ ਇਹਨੂੰ। ਮਹਾਰਾਜ ਕਹਿੰਦੇ ਫਿਰ ਅੱਠਵੇਂ ਕ੍ਰੋਧ ਹੋਆ ਤਨ ਨਾਸ। ਉਹ ਗੁੱਸੇ ਨਾਲ ਸਰੀਰ ਨਾਸ ਹੁੰਦਾ ਹੈ। ਨਾਵੇਂ ਧੌਲੇ ਉੱਭੇ ਸਾਹਾ। ਨੌਵੀਂ ਅਵਸਥਾ ਇਹਦੇ ਤੇ ਆਉਂਦੀ ਆ, ਇਹਦੇ ਕਾਲੇ ਕੇਸ ਜਿਹੜੇ ਉਹ ਚਿੱਟੇ ਹੋ ਜਾਂਦੇ ਆ ਤੇ ਸਾਹ ਵੀ ਔਖਾ ਆਉਣ ਲੱਗ ਪੈਂਦਾ, ਸਾਹ ਫੁੱਲਣ ਲੱਗ ਪਿਆ। ਪਹਿਲਾਂ ਭੱਜਦਾ ਸੀ ਤਾਂ ਵੀ ਸਾਹ ਘੱਟ ਚੜ੍ਹਦਾ ਸੀ, ਹੁਣ ਕਾਹਲੀ ਥੋੜਾ ਜਿਹਾ ਤੁਰ ਲੈਂਦਾ ਫਿਰ ਵੀ ਸਾਹ ਫੁੱਲ ਜਾਂਦਾ, ਔਖਾ ਜਿਹਾ ਸਾਹ ਆਉਣ ਲੱਗ ਪਿਆ। ਨਾਵੇ ਧੌਲੇ ਉੱਭੇ ਸਾਹਾ, ਦਸਵੇਂ ਦੱਦਾ ਹੁਆ ਸੁਆਹਾ। 10ਵੀਂ ਅਵਸਥਾ ਇਹ ਮਹਾਰਾਜ ਕਹਿੰਦੇ ਸਾਹ ਆਉਣੋਂ ਹੀ ਹਟ ਗਏ, ਸਮਾਪਤ ਹੋ ਗਏ, ਸਾਹ ਮੁੱਕ ਗਏ ਜਿੰਨੇ ਦਿੱਤੇ ਸੀ ਵਾਹਿਗੁਰੂ ਨੇ। ਅੰਤਮ ਸੰਸਕਾਰ ਹੋ ਗਿਆ ਇਹਦਾ, ਸਵਾਹ ਦੀ ਢੇਰੀ ਹੋ ਗਿਆ। ਐਸੀ ਲਿਵ ਛੁੱਟੀ, ਐਸੀ ਤ੍ਰਿਸ਼ਨਾ ਪਈ, ਸਾਰੀ ਜ਼ਿੰਦਗੀ ਤ੍ਰਿਸ਼ਨਾ 'ਚ ਹੀ ਲੰਘ ਗਈ। ਤ੍ਰਿਸ਼ਨਾ ਪੂਰੀ ਨਾ ਹੋਈ, ਉਮਰ ਪੂਰੀ ਹੋ ਗਈ। ਜਿੰਨੇ ਪਦਾਰਥ ਚਾਹੁੰਦਾ ਰਿਹਾ ਵੀ ਤ੍ਰਿਸ਼ਨਾ ਮੇਰੀ ਪੂਰੀ ਹੋ ਜਾਵੇ, ਤ੍ਰਿਸ਼ਨਾ ਨਾ ਪੂਰੀ ਹੋਈ, ਉਮਰ ਪੂਰੀ ਹੋ ਗਈ। 10ਵੇਂ ਦੱਦਾ ਹੋਆ ਸਵਾਹ। ਗਏ ਸੇ ਗੀਤ ਪੁਕਾਰੀ ਧਾਹ। ਉਹ ਜਿਹੜੇ ਗੀਤ ਸੀ ਨਾ ਬਚਪਨ ਵਾਲੇ, ਜਵਾਨੀ ਵਾਲੇ, ਉਹ ਖੁਸ਼ੀਆਂ ਸੀ, ਉਹ ਸਾਰੇ ਚਲੇ ਗਏ। ਹੁਣ ਜਿੱਥੇ ਗੀਤ ਗਾਏ ਜਾਂਦੇ ਸੀ ਉੱਥੇ ਧਾਵਾਂ ਪੈਣ ਲੱਗ ਪਈਆਂ ਇਹਦੀ ਮੌਤ ਤੋਂ ਮਗਰੋਂ। ਗਏ ਸੇ ਗੀਤ ਪੁਕਾਰੀ ਧਾਹ, ਉੱਡਿਆ ਹੰਸ। ਫਿਰ ਭੌਰ ਉੱਡਿਆ, ਜਿਹਨੂੰ ਜੀਵ ਆਤਮਾ ਆਖਿਆ, ਹੰਸ ਵੀ ਆਖਿਆ। ਇਹ ਸਰੀਰ ਦਾ ਅੰਦਰਲਾ ਆਤਮਾ ਉਹ ਨਿਕਲਿਆ ਇਹਦੇ ਵਿੱਚੋਂ। ਉੱਡਿਆ ਹੰਸ ਦਸਾਏ ਰਾਹ। ਉਹ ਪ੍ਰਲੋਕ ਦਾ ਰਾਹ ਦਸਾਏ ਮੈਨੇ ਪੁੱਛਦਾ ਹੈ। ਹੁਣ ਪ੍ਰਲੋਕ ਨੂੰ ਜਾ ਰਿਹਾ ਹੈ ਇਹ ਜੀਵ। ਉੱਡਿਆ ਹੰਸ ਦਸਾਏ ਰਾਹ। ਅੱਗੇ ਫਿਰ ਮਹਾਰਾਜ ਨੇ ਆਖਿਆ, ਆਇਆ ਗਿਆ ਮੋਇਆ ਨਾਉ। ਜੀਵ ਜਨਮ ਲੈ ਕੇ ਆਇਆ ਸੀ, ਵਾਹਿਗੁਰੂ ਦੀ ਲਿਵ ਟੁੱਟ ਗਈ
ਤ੍ਰਿਸ਼ਨਾ ਵਿੱਚ ਪੈ ਕਰਕੇ ਸਾਰਾ ਜੀਵਨ ਜਿਹੜਾ ਹੈ ਉਹ ਆਪਣਾ ਪਦਾਰਥਾਂ ਦੇ ਵਿੱਚ ਹੀ ਖਚਤ ਕਰਕੇ ਪਲਚ ਪਲਚ ਸਗਲੀ ਮੂਈ ਝੂਠੈ ਧੰਦਾ ਮੋਹ ਬਤੀਤ ਕਰ ਗਿਆ ਤੇ ਅਖੀਰ ਨੂੰ ਇਹਦਾ ਨਾਮ ਕੁਝ ਕੁ ਸਮਾਂ ਸੰਸਾਰ ਤੇ ਇਹਦੇ ਪਰਿਵਾਰ ਨੇ ਚੇਤੇ ਰੱਖਿਆ, ਫਿਰ ਇਹਦਾ ਨਾਮ ਵੀ ਮੁੱਕ ਗਿਆ। ਕਿੰਨਾ ਕੁ ਚਿਰ ਪਰਿਵਾਰ ਦਾ ਨਾਮ ਪਰਿਵਾਰ ਦੇ ਮੈਂਬਰ ਯਾਦ ਰੱਖਦੇ ਆ? ਸਾਡੇ ਪਰਿਵਾਰ 'ਚ ਜਿਹੜੇ ਬਜ਼ੁਰਗ ਸੀ, ਦਾਦੇ ਪੜਦਾਦੇ ਜਾਂ ਉਹਨਾਂ ਦੇ ਪਿਤਾ ਜੀ, ਕਦੇ ਕਦਾਈ ਕੋਈ ਯਾਦ ਕਰਦਾ ਕੋਈ ਗੱਲ ਚੱਲੇ ਪਰਿਵਾਰ ਵਿੱਚ ਤੇ, ਜਾਂ ਕੋਈ ਪੁੱਛੇ ਵੀ ਤੁਹਾਡੇ ਦਾਦਾ ਜੀ ਦਾ ਕੀ ਨਾਮ ਹੈ, ਜਾਂ ਪੁੱਛੇ ਵੀ ਤੁਹਾਡੇ ਪੜਦਾਦਾ ਜੀ ਦਾ ਕੀ ਨਾਮ ਹੈ। ਫਿਰ ਜਿੱਥੋਂ ਕਤੀਕ ਯਾਦ ਹੁੰਦਾ ਉੱਥੋਂ ਕਤੀਕ ਬੰਦਾ ਦੱਸਦਾ ਹੈ। ਜੇ ਪੁੱਛ ਲਵੇ ਉਹਨਾਂ ਦੇ ਦਾਦਾ ਜੀ ਦਾ ਕੀ ਨਾਮ, ਤੇ ਫਿਰ ਕਹਿੰਦਾ ਉੱਥੇ ਅੱਗੇ ਤਾਂ ਮੈਨੂੰ ਪਤਾ ਨਹੀਂ ਗਾ। ਤਾਂ ਥੋੜਾ ਕੁ ਸਮਾਂ ਉਹ ਨਾਮ ਹੀ ਚੇਤੇ ਰੱਖਿਆ ਜਾਂਦਾ, ਬਾਅਦ ਚ ਮਾਰੇ ਕਹਿੰਦੇ ਨਾਮ ਵੀ ਮੁੱਕ ਗਿਆ ਇਹਦਾ। ਆਇਆ ਗਿਆ ਮੋਇਆ ਨਾਓ ਪਿਛੈ ਪੱਤਲ ਸਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੁੱਬਾ ਸੰਸਾਰ। ਗੁਰੂ ਦੇ ਉਪਦੇਸ਼ ਤੋਂ ਬਿਨਾਂ ਮਾਰੇ ਕਹਿੰਦੇ ਜਨਮ ਲੈਣ ਸਾਰੀ ਜਦੋਂ ਲੇਵੇ ਦੀ ਛੁੱਟ ਗਈ ਤੇ ਇਸ ਤਰ੍ਹਾਂ ਦੀ ਹਾਲਤ ਹੁੰਦੀ ਇਹਦੇ ਨਾਲ। ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਸਿੱਧਾ ਨੇ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ ਗੁਰੂ ਕਦੋਂ ਧਾਰਨ ਕਰਨਾ ਚਾਹੀਦਾ ਹੈ, ਗੁਰੂ ਦਾ ਉਪਦੇਸ਼ ਕਦੋਂ ਲੈਣਾ ਚਾਹੀਦਾ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਪਵਨ ਆਰੰਭ ਸਤਿਗੁਰ ਮਤ ਵੇਲਾ। ਜਿਸ ਵੇਲੇ ਬੱਚੇ ਦਾ ਜਨਮ ਹੋਵੇ ਨਾ, ਉਹਦਾ ਪਹਿਲਾ ਸਾਹ ਜਿਸ ਵੇਲੇ ਆਵੇ, ਸਤਿਗੁਰੂ ਕਹਿੰਦੇ ਉਹ ਵੇਲਾ ਗੁਰੂ ਧਾਰਨ ਦਾ। ਉਸੇ ਵੇਲੇ ਹੀ ਬੱਚੇ ਬੱਚੀ ਦੇ ਕੰਨਾਂ ਦੇ ਵਿੱਚ ਗੁਰੂ ਦਾ ਨਾਮ ਪੈਣਾ ਚਾਹੀਦਾ, ਗੁਰੂ ਦਾ ਨਾਮ ਪੈਣਾ ਚਾਹੀਦਾ। ਜਿਹੜੇ ਗੁਰਮੁਖ ਹਨ, ਗੁਰਸਿੱਖ ਹਨ, ਗੁਰੂ ਕੇ ਮਰਿਆਦਾ ਨੂੰ ਜਾਣਨ ਵਾਲੇ, ਸਮਝਣ ਵਾਲੇ, ਜਿਸ ਵੇਲੇ ਬੱਚੇ ਬੱਚੀ ਦਾ ਜਨਮ ਹੁੰਦਾ ਹੈ ਤੇ ਉਹਦੇ ਕੰਨਾਂ ਵਿੱਚ ਸਭ ਤੋਂ ਪਹਿਲਾਂ ਉਹ ਗੁਰਮੰਤਰ ਤੇ ਮੂਲ ਮੰਤਰ ਪਾਉਂਦੇ ਆ ਵੀ ਸੰਸਾਰ ਦੇ ਵਿੱਚ ਇਹ ਬੱਚਾ ਆਇਆ ਹੈ, ਬੱਚੀ ਆਈ ਹੈ, ਸਭ ਤੋਂ ਪਹਿਲਾਂ ਇਹਦੇ ਕੰਨਾਂ ਦੇ ਵਿੱਚ ਨਾਮ ਪੈਣਾ ਚਾਹੀਦਾ ਹੈ। ਉਸੇ ਵੇਲੇ ਫਿਰ ਸਿਆਣੀ ਦਾਈ ਹੋਵੇ ਉਸੇ ਸੇਵਾ 'ਚ ਹਾਜ਼ਰ, ਤੇ ਉਸੇ ਵੇਲੇ ਉਹ ਬੋਲ ਕੇ ਵਾਹਿਗੁਰੂ 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 ਉਹ ਕੰਨਾਂ ਵਿੱਚ ਆਵਾਜ਼ ਪਾਵੇ। ਇਹ ਜਨਮ ਸੰਸਕਾਰ ਦੇ ਵਿੱਚ ਆਉਂਦਾ ਹੈ। ਜਿਹੜੇ 5 ਸੰਸਕਾਰ ਦਿੱਤੇ ਨਾ ਸਾਨੂੰ ਗੁਰੂ ਸਾਹਿਬ ਜੀ ਨੇ, ਉਹ ਸੰਸਕਾਰ ਇਸੇ ਕਰਕੇ ਹੀ ਦਿੱਤੇ ਆ ਕਿ ਜਨਮ ਤੋਂ ਬਾਅਦ ਸਾਡੀ ਲਿਵ ਟੁੱਟਦੀ ਹੈ, ਤੇ ਇਹ ਜਿਹੜੇ ਗੁਰੂ ਦੇ ਦਿੱਤੇ ਹੋਏ ਸੰਸਕਾਰ, ਇਹਨਾਂ ਨੂੰ ਅਸੀਂ ਗੁਰਮਤ ਮਰਿਆਦਾ ਅਨੁਸਾਰ ਕਰੀਏ ਆਪਣੇ ਜੀਵਨ ਦੇ ਵਿੱਚ, ਕਿ ਸਾਡੀ ਟੁੱਟੀ ਹੋਈ ਲਿਵ ਫਿਰ ਜੁੜ ਜਾਵੇ। ਜਿਹੜੀ ਗਰਭ ਵਿੱਚ ਲਿਵ ਜੁੜੀ ਸੀ, ਉਹ ਟੁੱਟੀ ਹੋਈ ਲਿਵ ਫਿਰ ਸਾਡੀ ਜੁੜ ਜਾਵੇ। ਤਾਂ ਸਾਨੂੰ 5 ਸੰਸਕਾਰ ਦਿੱਤੇ, ਜਨਮ ਸੰਸਕਾਰ, ਵਿਦਿਆ ਸੰਸਕਾਰ, ਤੇ ਇਸੇ ਪ੍ਰਕਾਰ ਅੰਮ੍ਰਿਤ ਸੰਸਕਾਰ, ਆਨੰਦ ਕਾਰਜ ਸੰਸਕਾਰ ਤੇ ਅੰਤਮ ਸੰਸਕਾਰ। ਭਾਗਾਂ ਵਾਲੇ ਇਹ ਸੰਸਕਾਰਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦੇ ਹਨ। ਤੇ ਸਭ ਤੋਂ ਪਹਿਲਾ ਸੰਸਕਾਰ ਹੀ ਜਨਮ ਸੰਸਕਾਰ ਹੈ। ਜਨਮ ਸੰਸਕਾਰ ਦਾ ਸਭ ਤੋਂ ਪਹਿਲਾਂ ਬਚਨ ਹੀ ਇਹ ਹੈ, ਬੱਚੇ ਬੱਚੀ ਦਾ ਜਨਮ ਹੋਵੇ, ਉਹਨੂੰ ਮਾਤਾ ਦਾ ਦੁੱਧ ਪਿਆਉਣ ਤੋਂ ਪਹਿਲਾਂ ਉਹਦੇ ਕੰਨਾਂ ਵਿੱਚ ਗੁਰਮੰਤਰ ਤੇ ਮੂਲ ਮੰਤਰ ਦੀ ਆਵਾਜ਼ ਪੈਣੀ ਚਾਹੀਦੀ ਹੈ। ਉਹਦੇ ਕੰਨਾਂ ਵਿੱਚ ਆਵਾਜ਼ ਪਵੇ ਨਾਮ ਦੀ, ਫਿਰ ਉਸ ਨੂੰ ਮਾਤਾ ਦਾ ਦੁੱਧ ਪਿਆਇਆ ਜਾਵੇ, ਫਿਰ ਉਸ ਨੂੰ ਗੁਰਮਤਿ ਦੀ ਗੁੜਤੀ ਦਿੱਤੀ ਜਾਵੇ। ਸਰਬਲੋਹ ਦਾ ਬਾਟਾ ਲੈ ਕਰਕੇ, ਸਰਬਲੋਹ ਦੀ ਕਿਰਪਾਨ ਲੈ ਕਰਕੇ, ਤੇ ਸਵਾਇਆ ਕ ਜਲ ਵਿੱਚ ਪਾ ਕਰਕੇ, 5 ਪਤਾਸੇ ਛੋਟੇ ਪਾ ਕਰਕੇ, ਪੂਰਾ ਜਪਜੀ ਸਾਹਿਬ ਦਾ ਪਾਠ ਕਰਕੇ, ਤੇ ਹੋਰ ਜੋ ਬਾਣੀ ਪੜ੍ਹਨ ਵਾਲਾ ਗੁਰਮੁਖ ਹੋਵੇ ਤੇ ਵੱਧ ਬਾਣੀ ਪੜ੍ਹ ਲਵੇ, ਨਹੀਂ ਤੇ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਅਰਦਾਸ ਬੇਨਤੀ ਕਰਕੇ ਬੱਚੇ ਦੇ ਮੁਖ ਵਿੱਚ ਕਿਰਪਾਨ ਦੀ ਨੋਕ ਦੇ ਨਾਲ 5 ਬੂੰਦਾਂ ਅੰਮ੍ਰਿਤ ਦੀਆਂ ਪਾਈਆਂ ਜਾਣ। ਇਹ ਅੰਮ੍ਰਿਤ ਦੀ ਗੁੜਤੀ ਦਿੱਤੀ ਜਾਵੇ ਕਿ ਇਹ ਜਿਹੜੀ ਲੇਵ ਹੈ ਵਾਹਿਗੁਰੂ ਦੇ ਨਾਲ ਜੁੜੀ ਰਵੇ। ਤਾਂ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਇੱਥੇ ਫਰਮਾ ਰਹੇ ਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਜਦੋਂ ਜਨਮ ਹੋਇਆ ਨਾ ਤੇ ਪਰਿਵਾਰ ਦੇ ਵਿੱਚ ਵਾਤਾਵਰਨ ਹੀ ਇਸ ਤਰ੍ਹਾਂ ਦਾ ਮਿਲਿਆ, ਤੇ ਫਿਰ ਉਸ ਵੇਲੇ ਲਿਵ ਛੁੜਕ ਗਈ, ਲਿਵ ਟੁੱਟ ਗਈ। ਜਦੋਂ ਅਸੀਂ ਗੁਰਸਿੱਖਾਂ ਦਾ ਜੀਵਨ ਪੜ੍ਹਦੇ ਹਾਂ, ਗੁਰਮੁਖਾਂ ਦਾ ਜਨਮ ਸੰਸਕਾਰ ਦੇ ਵਿੱਚ
ਤੇ ਕਈ ਐਸੇ ਮਹਾਂਪੁਰਖ ਹੋਏ ਆ ਗੁਰੂ ਕੇ ਪੰਥ ਦੇ ਜਿਨ੍ਹਾਂ ਦਾ ਜਨਮ ਸੰਸਕਾਰ ਗੁਰਮਤਿ ਦੇ ਅਨੁਸਾਰ ਹੋਇਆ। ਉਹਨਾਂ ਵਿੱਚੋਂ ਇੱਕ ਹਨ ਅਨੇਕਾਂ ਗੁਰਸਿੱਖਾਂ ਵਿੱਚੋਂ ਇੱਕ ਗੁਰੂ ਕੇ ਪਿਆਰੇ ਸਿੱਖ ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ। ਜਦੋਂ ਉਹਨਾਂ ਮਹਾਂਪੁਰਖਾਂ ਦਾ ਜਨਮ ਸੰਸਕਾਰ ਪੜ੍ਹੀਏ ਤਾਂ ਮਹਾਂਪੁਰਖਾਂ ਦੇ ਮਾਤਾ ਪਿਤਾ ਜੀ ਨੇ ਰੋਜ਼ ਦੇ 25 ਜਪਜੀ ਸਾਹਿਬ ਪਹਿਲਾਂ ਕਰਨੇ। ਹਾਲੇ ਮਹਾਂਪੁਰਖਾਂ ਦਾ ਜਨਮ ਨਹੀਂ ਸੀ ਹੋਇਆ। 25 ਜਪਜੀ ਸਾਹਿਬ ਦੇ ਪਾਠ ਤੇ ਉਹਨਾਂ ਦੇ ਪਿਤਾ ਸ੍ਰੀਮਾਨ ਸੰਤ ਬਾਬਾ ਖਜਾਨ ਸਿੰਘ ਸਾਹਿਬ ਜੀ ਨੇ ਹਲ ਵਾਹੁੰਦਿਆਂ ਹੋਇਆਂ ਭਿੰਡਰ ਕਲਾਂ ਨਗਰ ਦੇ ਵਿੱਚ ਕਿੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਗ ਉਹਨਾਂ ਨੂੰ ਕੰਠ ਸੀ। ਸਾਰਾ ਦਿਨ ਉਹਨਾਂ ਨੇ ਪਾਠ ਕਰਨਾ, ਜਪਜੀ ਸਾਹਿਬ ਦੇ ਪਾਠ ਕਰਨੇ। ਐਸਾ ਉੱਚਾ ਸੁੱਚਾ ਜੀਵਨ। ਤੇ ਜਿਸ ਵੇਲੇ ਫਿਰ ਮਹਾਂਪੁਰਖਾਂ ਦਾ ਜਨਮ ਹੁੰਦਾ ਹੈ ਤੇ ਉਸ ਦਿਨ ਤੋਂ ਹੀ ਘਰ ਦੇ ਵਿੱਚ ਸ੍ਰੀ ਸਹਿਜ ਪਾਠ ਆਰੰਭ ਕੀਤਾ ਜਾਂਦਾ। ਨਾਲ ਦੇ ਕਮਰੇ ਦੇ ਵਿੱਚ ਉੱਚੀ ਆਵਾਜ਼ ਦੇ ਨਾਲ ਸਾਰਾ ਸ੍ਰੀ ਸਹਿਜ ਪਾਠ ਕੀਤਾ ਤੇ ਬਾਲਕ ਨੂੰ ਤੇ ਮਾਤਾ ਨੂੰ ਸਰਵਣ ਕਰਵਾਇਆ। ਫਿਰ ਜਦੋਂ ਨਾਮਕਰਨ ਕੀਤਾ, ਨਾਮ ਰੱਖਿਆ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਅਰਦਾਸ ਬੇਨਤੀ ਕਰਕੇ ਤੇ ਸ੍ਰੀ ਮੁਖ ਵਾਗ ਦੇ ਪਹਿਲੇ ਅੱਖਰ ਤੋਂ ਨਾਮ ਰੱਖਿਆ ਗਿਆ। ਗੁਰਮਤਿ ਦੀ ਗੁੜਤੀ ਦਿੱਤੀ ਗਈ, ਅੰਮ੍ਰਿਤ ਛਕਾਇਆ ਗਿਆ। ਇਹ ਜਨਮ ਸੰਸਕਾਰ ਕੀਤਾ ਕਿਉਂਕਿ ਇਸ ਤਰ੍ਹਾਂ ਦਾ ਵਾਤਾਵਰਨ ਬੱਚੇ ਨੂੰ ਮਿਲੇ, ਬਾਲਕ ਨੂੰ ਮਿਲੇ ਕਿ ਉਹਦੀ ਲੇਵ ਵਾਹਿਗੁਰੂ ਜੀ ਦੇ ਨਾਲ ਜੁੜ ਜਾਵੇ। ਪਰ ਸਾਡਾ ਸੰਸਾਰੀ ਮਾਹੌਲ ਹੀ ਘਰ ਵਿੱਚ ਇਸ ਤਰ੍ਹਾਂ ਦਾ ਹੁੰਦਾ ਹੈ। ਅਸੀਂ ਨਾਮ ਨੂੰ ਭੁਲਾ ਕਰਕੇ, ਬਾਣੀ ਨੂੰ ਭੁਲਾ ਕਰਕੇ ਸਹਿਜ ਪਾਠ ਕਿੱਥੇ ਕਰਨਾ ਹੈ, ਗੁਰਬਾਣੀ ਕਿੱਥੇ ਪੜ੍ਹਨੀ ਹੈ, ਹੋਰ ਤਰੀਕੇ ਦਾ ਢੋਲ ਢਮੱਕਾ ਕੀਤਾ ਜਾਂਦਾ ਹੈ ਜੋ ਸਾਰਾ ਲਿਵ ਤੋੜਨ ਵਾਲਾ ਹੀ ਹੁੰਦਾ ਹੈ, ਜੋੜਨ ਵਾਲਾ ਤੇ ਹੁੰਦਾ ਹੀ ਨਹੀਂ ਹੈ। ਤਾਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਜਿਸ ਵੇਲੇ ਜਨਮ ਹੋਇਆ ਪਰਿਵਾਰ ਨੂੰ ਚੰਗਾ ਤੇ ਲੱਗਾ, ਪਰ ਇਸ ਤਰ੍ਹਾਂ ਦਾ ਵਾਤਾਵਰਨ ਬਾਲਕ ਨੂੰ ਮਿਲਿਆ ਕਿ ਉਹਦੀ ਜੁੜੀ ਹੋਈ ਜਿਹੜੀ ਲਿਵ ਸੀ ਉਹ ਟੁੱਟ ਗਈ ਤੇ ਉਸ ਨੂੰ ਤ੍ਰਿਸ਼ਨਾ ਲੱਗ ਗਈ ਜੀਵ ਨੂੰ। ਮਾਇਆ ਅਮਰ ਵਰਤਾਇਆ। ਇਹ ਭਾਈ ਅਸਲ ਵਿੱਚ ਮਾਇਆ ਨੇ ਆਪਣਾ ਅਮਰ ਵਰਤਾ ਦਿੱਤਾ। ਜਨਮ ਲੈਣ ਸਾਰ ਉਸੇ ਵੇਲੇ ਹੀ ਮਾਇਆ ਦਾ ਹੁਕਮ ਵਰਤ ਗਿਆ। ਜਨਮ ਤੋਂ ਬਾਅਦ ਮਾਇਆ ਨੇ ਆਪਣਾ ਅਮਰ ਵਰਤਾ ਦਿੱਤਾ। ਅਮਰ ਨਾਮ ਹੈ ਹੁਕਮ ਦਾ। ਮਾਇਆ ਨੇ ਆਪਣਾ ਹੁਕਮ ਵਰਤਾ ਦਿੱਤਾ। ਭਾਵ ਚਾਰ ਚਪੇਰੇ ਮਾਇਆ ਵਾਲਾ ਹੀ ਵਾਤਾਵਰਨ ਸਾਰਾ ਬਣ ਗਿਆ। ਅੱਗੇ ਮਹਾਰਾਜ ਸਾਹਿਬ ਜੀ ਦੱਸਣਗੇ ਗਰੀਬ ਨਵਾਜ ਸਾਹਿਬ ਜੀ ਕਿ ਮਾਇਆ ਕੀ ਹੈ। ਉਹ ਸਾਰਾ ਖਾਣ ਪੀਣ ਪਹਿਨਣ ਤੇ ਸਭ ਕੁਝ ਘਰ ਦਾ ਮਾਹੌਲ ਜਿਹੜਾ ਹੈ ਉਹ ਮਾਇਆ ਦਾ ਹੀ ਅਮਰ ਵਰਤ ਗਿਆ, ਮਾਇਆ ਦਾ ਹੀ ਹੁਕਮ ਵਰਤਾ ਦਿੱਤਾ ਮਾਇਆ ਨੇ। ਇਹ ਮਾਇਆ ਜਿਤ ਹਰ ਵਿਸਰੈ। ਫਿਰ ਸਿੱਖ ਦੇ ਮਨ ਵਿੱਚ ਇਹ ਸਵਾਲ ਪੈਦਾ ਹੁੰਦਾ ਨਾ ਵੀ ਮਹਾਰਾਜ ਮਾਇਆ ਹੈ ਕੀ? ਅਸੀਂ ਤਾਂ ਰੁਪਈਆਂ ਨੂੰ ਮਾਇਆ ਕਹਿੰਦੇ ਹਾਂ, ਪੈਸਿਆਂ ਨੂੰ, ਦੌਲਤ ਨੂੰ ਮਾਇਆ ਕਹਿੰਦੇ ਹਾਂ। ਸੁਭਾਵਕ ਹੀ ਅਸੀਂ ਰੁਪਈਆਂ ਨੂੰ ਮਾਇਆ ਕਹਿੰਦੇ ਹਾਂ। ਮਹਾਰਾਜ ਮਾਇਆ ਕੀ ਹੈ, ਆਪ ਜੀ ਕਿਰਪਾ ਕਰਕੇ ਦੱਸੋ। ਹੁਣ ਬੱਚੇ ਦਾ ਜਨਮ ਹੋਇਆ ਹੈ, ਉਸ ਵੇਲੇ ਪੈਸਿਆਂ ਬਾਰੇ ਤਾਂ ਉਹਨੂੰ ਜਾਣਕਾਰੀ ਵੀ ਨਹੀਂ ਹੈ, ਰੁਪਈਆਂ ਬਾਰੇ ਤਾਂ ਜਾਣਕਾਰੀ ਨਹੀਂ ਹੈ ਬਾਲਕ ਨੂੰ, ਤੇ ਮਾਇਆ ਉਹਦੇ ਤੇ ਕਿਵੇਂ ਅਸਰ ਪਾ ਗਈ? ਮਹਾਰਾਜ ਕਹਿੰਦੇ ਮਾਇਆ ਇਕੱਲੀ ਦੌਲਤ ਦਾ ਨਾਮ ਨਹੀਂ ਹੈ, ਮਾਇਆ ਇਕੱਲੇ ਰੁਪਈਆਂ ਦਾ ਨਾਮ ਨਹੀਂ ਹੈ ਭਾਈ। ਇਹ ਮਾਇਆ ਜਿਤ ਹਰ ਵਿਸਰੈ। ਮਾਇਆ ਇਹ ਹੈ ਕਿ ਜਿਸ ਕਰਕੇ ਹਰੀ ਵਿਸਰ ਜਾਵੇ। ਉਹ ਹਰੇਕ ਵਸਤੂ ਮਾਇਆ ਹੈ, ਭਾਵੇਂ ਉਹ ਪਿਤਾ ਹੈ, ਭਾਵੇਂ ਮਾਤਾ ਹੈ, ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੈ, ਘਰ ਦਾ ਮਾਹੌਲ ਇਸ ਤਰ੍ਹਾਂ ਦਾ ਹੈ, ਸਾਰਾ ਮਾਇਆ ਹੀ ਹੈ। ਜਿਸ ਮਾਹੌਲ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ, ਇਹ ਮਾਇਆ ਹੈ। ਸਿੱਧਾ ਭਾਵ ਇਹ ਹੈ ਉਹ ਹਰੇਕ ਚੀਜ਼, ਉਹ ਹਰੇਕ ਵਸਤੂ ਮਾਇਆ ਹੈ ਜਿਸ ਦੇ ਵਿੱਚ ਲੱਗਣੇ ਕਰਕੇ ਪਰਮੇਸ਼ਰ ਭੁੱਲ ਜਾਵੇ। ਉਹ ਭਾਵੇਂ ਆਪਣਾ ਸਰੀਰ ਹੈ, ਭਾਵੇਂ ਦੂਸਰੇ ਕਿਸੇ ਸੰਬੰਧੀ ਦਾ ਸਰੀਰ ਹੈ, ਭਾਵੇਂ ਕੋਈ ਪਦਾਰਥ ਹੈ, ਭਾਵੇਂ ਘਰ-ਬਾਰ ਹੈ, ਜ਼ਮੀਨ ਜਾਇਦਾਦ ਹੈ, ਕੋਈ ਅਹੁਦਾ ਹੈ, ਕੋਈ ਪਦਵੀ ਹੈ, ਕੋਈ ਵਸਤੂ ਹੈ, ਉਹ ਹਰੇਕ ਵਸਤੂ ਮਾਇਆ ਹੈ ਜਿਸ ਵਿੱਚ ਲੱਗਣੇ ਕਰਕੇ, ਖਚਤ ਹੋਣੇ ਕਰਕੇ ਪਰਮੇਸ਼ਰ ਭੁੱਲ ਜਾਂਦਾ ਹੈ। ਮੋਹ ਉਪਜੈ ਭਾਉ ਦੂਜਾ ਲਾਇਆ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਮਾਇਆ ਇਹ ਹੈ ਜਿਸ ਕਰਕੇ ਵਾਹਿਗੁਰੂ ਭੁੱਲਦਾ ਹੈ ਤੇ ਉਸ ਪਦਾਰਥ ਦੇ ਵਿੱਚ ਮੋਹ ਪੈਦਾ ਹੁੰਦਾ ਹੈ।
ਮੋਹ ਪੈਦਾ ਹੋਇਆ, ਫਿਰ ਭਾਵ ਦੂਜਾ ਲਾਇਆ, ਪਰਮੇਸ਼ਰ ਦਾ ਪ੍ਰੇਮ ਭੁੱਲ ਗਿਆ, ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਭੁੱਲ ਗਿਆ ਤੇ ਦੂਜਾ ਪ੍ਰੇਮ ਲੱਗ ਗਿਆ, ਭਾਵ ਦੂਜਾ ਲਾਇਆ। ਇੱਕ ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾ ਜਿਹੜਾ ਭਾਵ ਦੂਜਾ ਲੱਗ ਗਿਆ ਨਾ, ਦੂਜਾ ਪ੍ਰੇਮ ਲੱਗ ਗਿਆ, ਭਾਵ ਦਾ ਅਰਥ ਪ੍ਰੇਮ ਹੀ ਹੈ। ਦੂਜਾ ਲੱਗ ਗਿਆ ਪ੍ਰੇਮ, ਸੰਸਾਰ ਦਾ ਲੱਗ ਗਿਆ, ਪਰਿਵਾਰ ਦਾ ਲੱਗ ਗਿਆ, ਪਦਾਰਥਾਂ ਦਾ ਲੱਗ ਗਿਆ, ਖਾਣ ਦਾ ਲੱਗ ਗਿਆ, ਪੀਣ ਦਾ ਲੱਗ ਗਿਆ, ਪਹਿਨਣ ਦਾ ਪ੍ਰੇਮ ਲੱਗ ਗਿਆ। ਇਹ ਜਿੰਨਾ ਵੀ ਹੈ, ਜਿਹਦੇ ਵਿੱਚ ਮੋਹ ਪੈਦਾ ਹੋ ਜਾਵੇ ਤੇ ਦੂਸਰਾ ਪ੍ਰੇਮ ਅੰਦਰ ਪੈਦਾ ਹੋ ਜਾਵੇ ਤੇ ਵਾਹਿਗੁਰੂ ਭੁੱਲ ਜਾਵੇ, ਮਹਾਰਾਜ ਕਹਿੰਦੇ ਸਾਰੀ ਮਾਇਆ ਹੀ ਹੈ ਭਾਈ। ਮਾਇਆ ਦੇ ਕਿੰਨੇ ਰੂਪ ਹਨ, ਸਭ ਸੰਸਾਰ ਮਾਇਆ ਦੀ ਰਚਤ ਹੈ, ਮਾਇਆ ਦੀ ਰਚਨਾ ਹੈ, ਸਾਰਾ ਸੰਸਾਰ ਹੀ ਮਾਇਆ ਹੈ। ਤੇ ਸਤਿਗੁਰੂ ਕਹਿੰਦੇ ਜਿਸ ਵੇਲੇ ਪਰਮੇਸ਼ਰ ਭੁੱਲ ਕੇ ਦੂਸਰੇ ਪਾਸੇ ਮੋਹ ਪੈਦਾ ਹੋ ਜਾਂਦਾ ਹੈ, ਦੂਸਰੇ ਪਾਸੇ ਇਹ ਪ੍ਰੇਮ ਲੱਗ ਜਾਂਦਾ, ਇਹ ਮਾਇਆ ਹੈ। ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ। ਫਿਰ ਮਹਾਰਾਜ ਮਾਇਆ ਨੂੰ ਤਿਆਗੀਏ ਕਿਵੇਂ, ਇਹ ਮਾਇਆ ਤੋਂ ਬਚੀਏ ਕਿਵੇਂ? ਕੀ ਪਰਿਵਾਰ ਛੱਡ ਦਈਏ, ਘਰ ਛੱਡ ਦਈਏ, ਸੰਸਾਰ ਛੱਡ ਦਈਏ? ਸੰਸਾਰ ਛੱਡ ਕੇ ਕਿੱਥੇ ਚਲੇ ਜਾਈਏ ਫਿਰ ਮਾਇਆ ਤੋਂ ਬਚਣ ਵਾਸਤੇ? ਸਤਿਗੁਰੂ ਕਹਿੰਦੇ ਛੱਡਣਾ ਕੁਝ ਵੀ ਨਹੀਂ ਹੈ, ਰਹਿਣਾ ਵਿੱਚ ਹੀ ਹੈ। ਪਰਿਵਾਰ ਵੀ ਨਹੀਂ ਛੱਡਣਾ, ਘਰ ਵੀ ਨਹੀਂ ਛੱਡਣਾ, ਸੰਸਾਰ ਵੀ ਨਹੀਂ ਛੱਡਣਾ, ਦੌਲਤ ਰੁਪਈਏ ਵੀ ਨਹੀਂ ਛੱਡਣੇ, ਇਹਨਾਂ ਦੇ ਵਿੱਚ ਹੀ ਰਹਿਣਾ ਹੈ। ਮਹਾਰਾਜ ਵਿੱਚੇ ਕਿਵੇਂ ਰਹਿ ਕੇ ਫਿਰ ਇਹਦੇ ਤੋਂ ਬਚਾਂਗੇ? ਕਹਿੰਦੇ ਗੁਰੂ ਦੀ ਕਿਰਪਾ ਲੈਣੀ ਹੈ। ਕਹੈ ਨਾਨਕ ਗੁਰ ਪ੍ਰਸਾਦੀ, ਕਹਿੰਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਜੀਵਾਂ ਦੇ ਉੱਤੇ ਗੁਰੂ ਦੀ ਕਿਰਪਾ ਹੋਈ। ਪ੍ਰਸਾਦ ਨਾਮ ਸਾਧ ਸੰਗਤ ਜੀ ਕਿਰਪਾ ਦਾ ਹੈ। ਜੋ ਆਪਾਂ ਅਰਦਾਸ ਤੋਂ ਬਾਅਦ ਕੜਾਹ ਪ੍ਰਸ਼ਾਦ ਪ੍ਰਾਪਤ ਕਰਕੇ ਛਕਦੇ ਹਾਂ, ਇਹ ਪ੍ਰਸ਼ਾਦ ਦੇ ਰਾਹੀਂ ਵੀ ਗੁਰੂ ਕੀ ਕਿਰਪਾ ਹੀ ਵਰਤਦੀ ਹੈ। ਇਹ ਪ੍ਰਸ਼ਾਦ ਗੁਰੂ ਕੀ ਕਿਰਪਾ ਲੈਂਦੇ ਹਾਂ ਆਪਾਂ। ਮਹਾਰਾਜ ਕਹਿੰਦੇ ਕਹੈ ਨਾਨਕ ਗੁਰ ਪ੍ਰਸਾਦੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਜਿਨ੍ਹਾਂ ਉੱਤੇ ਗੁਰੂ ਕੀ ਕਿਰਪਾ ਹੁੰਦੀ ਹੈ ਤੇ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਲਿਵ ਲਾਗੀ, ਜਨਮ ਤੋਂ ਬਾਅਦ ਵੀ ਜਿਨ੍ਹਾਂ ਦੀ, ਪਦਾਰਥਾਂ ਵਿੱਚ ਰਹਿ ਕੇ ਵੀ ਜਿਨ੍ਹਾਂ ਦੀ ਲਿਵ ਵਾਹਿਗੁਰੂ ਜੀ ਦੇ ਨਾਮ ਨਾਲ ਲੱਗ ਗਈ। ਰਹਿੰਦੇ ਪਰਿਵਾਰ ਵਿੱਚ ਵਾ ਪਰ ਨਾਮ ਨਾਲ ਜੁੜੇ ਹੋਏ ਆ, ਰਹਿੰਦੇ ਪਦਾਰਥਾਂ ਵਿੱਚ ਹਨ, ਸੰਸਾਰ ਵਿੱਚ ਰਹਿੰਦੇ ਆ, ਧੀਆਂ ਪੁੱਤਰਾਂ ਵਿੱਚ ਰਹਿੰਦੇ ਆ, ਪਰਿਵਾਰ ਵਿੱਚ ਸੰਬੰਧੀਆਂ ਵਿੱਚ ਰਹਿੰਦੇ ਆ, ਪਰ ਲਿਵ ਲੱਗੀ ਹੋਈ ਹੈ ਵਾਹਿਗੁਰੂ ਜੀ ਦੇ ਨਾਮ ਦੇ ਨਾਲ। ਨਹੀਂ ਉਹਨਾਂ ਨੂੰ ਭੁੱਲਦਾ ਹੈ ਵੀ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ, ਨਿਤਨੇਮ ਕਰਕੇ, ਬਾਣੀ ਪੜ੍ਹ ਕੇ ਤੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨੀ ਹੈ। ਨਹੀਂ ਚੇਤਾ ਭੁੱਲਦਾ। ਸਾਰਾ ਦਿਨ ਕਾਰ ਵਿਹਾਰ ਕਰਦੇ ਹਨ, ਸ਼ਾਮਾਂ ਨੂੰ ਫੇਰ ਜਲ ਵਰਤ ਕਰਕੇ ਤੇ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ, ਫਿਰ ਰਾਤ ਨੂੰ ਸੌਣ ਲੱਗਿਆਂ ਗੁਰੂ ਕੀ ਬਾਣੀ ਪੜ੍ਹ ਕੇ ਕੀਰਤਨ ਸੋਹਿਲੇ ਦਾ ਪਾਠ ਕਰਕੇ ਸੌਂਦੇ ਆ, ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ। ਅੰਮ੍ਰਿਤ ਵੇਲੇ ਵੀ ਸਾਰਾ ਦਿਨ ਵੀ ਤੁਰਦੇ ਫਿਰਦੇ, ਉਠਤ ਬੈਠਤ ਸੋਵਤ ਨਾਮ, ਨਾਲੇ ਕੰਮਕਾਰ ਕਰਦੇ, ਆਪਣਾ ਧੰਦਾ ਵੀ ਕਰਦੇ ਆ ਤੇ ਨਾਲੇ ਧਰਮ ਵੀ ਚੇਤੇ ਰਹਿੰਦਾ ਉਹਨਾਂ ਨੂੰ, ਕਿਉਂਕਿ ਅੰਦਰੋਂ ਲਿਵ ਨਾਮ ਨਾਲ ਲੱਗੀ ਰਹਿੰਦੀ ਹੈ। ਜੰਜਾਲਾਂ ਤੋਂ ਕਿਵੇਂ ਬਚਣਾ ਹੈ, ਬੰਧਨਾਂ ਤੋਂ ਕਿਵੇਂ ਬਚਣਾ ਹੈ, ਮਾਇਆ ਤੋਂ ਕਿਵੇਂ ਬਚਣਾ ਹੈ, ਭਗਤ ਨਾਮਦੇਵ ਸਾਹਿਬ ਜੀ ਨੇ ਵੀ ਸਾਨੂੰ ਦੱਸਿਆ। ਭਗਤ ਤਰਲੋਚਨ ਜੀ ਤੇ ਭਗਤ ਨਾਮਦੇਵ ਸਾਹਿਬ ਜੀ ਇਹ ਸਮਕਾਲੀ ਭਗਤ ਹੋਏ ਆ ਤੇ ਦੋਵੇਂ ਮਿੱਤਰ ਵੀ ਹਨ, ਦੋਵੇਂ ਮਿੱਤਰ ਵਾ। ਇੱਕ ਦਿਨ ਭਗਤ ਨਾਮਦੇਵ ਸਾਹਿਬ ਜੀ ਦੇ ਘਰੇ ਭਗਤ ਤਰਲੋਚਨ ਜੀ ਗਏ ਤੇ ਭਗਤ ਮਿੱਤਰ ਹਨ। ਫਿਰ ਮਿੱਤਰ ਮਿੱਤਰ ਨੂੰ ਜਦੋਂ ਬੁਲਾਉਂਦਾ ਹੈ ਤੇ ਪਿਆਰ ਦੀ ਬੋਲੀ ਕੋਈ ਹੋਰ ਹੁੰਦੀ ਹੈ, ਪਿਆਰ ਦੀ ਬੋਲੀ ਵਿੱਚ ਵਿਆਕਰਨ ਪਿੱਛੇ ਰਹਿ ਜਾਂਦੀ ਹੈ। ਹੁਣ ਭਗਤ ਤਰਲੋਚਨ ਜੀ ਨੇ ਨਾਮਦੇਵ ਸਾਹਿਬ ਜੀ ਨੂੰ ਅੱਧਾ ਨਾਮ ਲੈ ਕੇ ਬੁਲਾਇਆ। ਆਖਿਆ ਨਾਮਿਆ ਉਹ ਤੂੰ ਤਾਂ ਮਾਇਆ ਵਿੱਚ ਗ੍ਰਸਤ ਹੋ ਗਿਆ, ਮਾਇਆ ਦੇ ਵਿੱਚ ਮੋਹ ਆ ਗਿਆ। ਤੇ ਭਗਤ ਨਾਮਦੇਵ ਜੀ ਨੇ ਆਖਿਆ ਵੀ ਮਿੱਤਰਾ ਕਿਵੇਂ? ਕਹਿੰਦਾ ਵੇਖ ਤੂੰ ਆ ਦਰੀਆਂ ਉਣਦਾ ਰਹਿਣਾ ਹੈ, ਚਾਦਰਾਂ ਰੰਗਦਾ ਰਹਿਣਾ ਹੈ, ਆ ਧੰਦੇ ਦੇ ਵਿੱਚ ਹੀ ਖਚਤ ਹੋਇਆ ਹੈ, ਤੂੰ ਤਾਂ ਮਾਇਆ ਦੇ ਵਿੱਚ ਖਚਤ ਹੋ ਗਿਆ, ਤੇਰੇ ਉੱਤੇ ਮਾਇਆ ਨੇ ਪ੍ਰਭਾਵ ਪਾ ਲਿਆ ਆਪਣਾ। ਤੇ ਭਗਤ ਨਾਮਦੇਵ ਸਾਹਿਬ ਜੀ ਨੇ ਆਖਿਆ ਨਹੀਂ ਮਿੱਤਰਾ,
ਇਹ ਤੇ ਮੈਂ ਹੱਥਾਂ ਦੇ ਨਾਲ ਕਰਦਾ ਕੰਮਕਾਰ, ਹੱਥ ਪੈਰ ਜਿਹੜੇ ਮੇਰੇ ਕੰਮਕਾਰ ਵਿੱਚ ਰਹਿੰਦੇ ਆ, ਪਰ ਮੇਰਾ ਚਿੱਤ ਨਿਰੰਕਾਰ ਨਾਲ ਜੁੜਿਆ ਰਹਿੰਦਾ। ਮੈਂ ਰਹਿਣਾ ਧੰਦੇ ਵਿੱਚ ਹਾਂ, ਪਰ ਅੰਦਰੋਂ ਧਰਮ ਨਾਲ ਜੁੜਿਆ ਰਹਿਣਾ। ਨਾਮਦੇਵ ਸਾਹਿਬ ਨੇ ਜੋ ਭਗਤ ਤਰਲੋਚਨ ਨੇ ਜੋ ਆਖਿਆ, ਤੇ ਜੋ ਭਗਤ ਨਾਮਦੇਵ ਸਾਹਿਬ ਨੇ ਉੱਤਰ ਦਿੱਤਾ, ਅੰਮ੍ਰਿਤ ਬਾਣੀ ਵਿੱਚ ਅੰਕਿਤ ਹੈ। ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਸ਼ੀਪਹੁ ਛਾਇ ਲੈ ਰਾਮ ਨਾ ਲਾਵਹੁ ਚੀਤ। ਤੇ ਭਗਤ ਨਾਮਦੇਵ ਨੇ ਉੱਤਰ ਦਿੱਤਾ ਸੀ ਆਪਣੇ ਮਿੱਤਰ ਦੋਸਤ ਨੂੰ, ਭਗਤ ਤਰਲੋਚਨ ਨੂੰ, ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਹੱਥਾਂ ਪੈਰਾਂ ਨਾਲ ਕੰਮ ਕਰੀਏ ਸਾਰਾ ਘਰ ਦਾ, ਤੇ ਚਿੱਤ ਨਿਰੰਜਨ ਨਾਲ ਜੋੜ ਕੇ ਰੱਖੀਏ। ਚਿੱਤ ਜਿਹੜਾ ਮੇਰਾ ਹੈ ਉਹ ਨਿਰੰਜਨ ਨਾਲ ਜੁੜਿਆ ਹੋਇਆ ਹੈ। ਗੁਰੂ ਸਾਹਿਬ ਜੀ ਨੇ ਘਰ ਛੱਡਣ ਵਾਸਤੇ ਨਹੀਂ ਆਖਿਆ, ਪਰ ਘਰ ਵਿੱਚ ਰਹਿ ਕਰਕੇ ਮਹਾਰਾਜ ਕਹਿੰਦੇ ਵਿਕਾਰਾਂ ਨੂੰ ਛੱਡੋ, ਮੋਹ ਨੂੰ ਛੱਡੋ। ਅੱਗ ਤਾਂ ਅੱਗ ਹੈ ਸਾਧ ਸੰਗਤ ਜੀ, ਭਾਵੇਂ ਘਰ ਦੀ ਹੋਵੇ ਭਾਵੇਂ ਬਾਹਰ ਦੀ ਹੋਵੇ, ਸਾੜਦੀ ਹੈ। ਸਤਿਗੁਰੂ ਕਹਿੰਦੇ ਭਾਵੇਂ ਤੂੰ ਗ੍ਰਸਤ ਵਿੱਚ ਹੈ ਤੇ ਭਾਵੇਂ ਗ੍ਰਸਤ ਨੂੰ ਤਿਆਗ ਕੇ ਜੋਗੀ ਬਣ ਗਿਆ ਹੈ, ਵਿਕਾਰ ਤਾਂ ਤੈਨੂੰ ਦੋਨਾਂ ਰੂਪਾਂ 'ਚ ਹੀ ਛੱਡਣੇ ਪੈਣੇ ਆ। ਘਰ ਵਿੱਚ ਰਵੇਂਗਾ ਤਾਂ ਵੀ ਵਿਕਾਰਾਂ ਨੂੰ ਛੱਡੇਗਾ, ਨਾਮ ਜਪੇਗਾ ਤੇਰੀ ਕਲਿਆਣ ਹੋਵੇਗੀ। ਜੇ ਗ੍ਰਸਤ ਦਾ ਤਿਆਗ ਕਰਕੇ ਜੋਗੀ ਬਣਦਾ ਹੈ, ਸਾਧੂ ਬਣਦਾ, ਵਿਕਾਰ ਫਿਰ ਵੀ ਛੱਡਣੇ ਪੈਣੇ। ਕਬੀਰ ਜੋ ਗ੍ਰਹਿਓ ਕਰਹਿ ਤਾਂ ਧਰਮ ਕਾਰ, ਜੇ ਗ੍ਰਸਤੀ ਬਣਿਆ ਤੇ ਗ੍ਰਸਤੀ ਵਾਲਾ ਧਰਮ ਵੀ ਨਿਭਾ, ਤੇ ਨਾਲ ਨਾਮ ਵੀ ਜਪ, ਬਾਣੀ ਵੀ ਪੜ, ਜ਼ਿੰਮੇਵਾਰੀਆਂ ਵੀ ਗ੍ਰਸਤ ਦੀਆਂ ਨਿਭਾ। ਕਬੀਰ ਜੋ ਗ੍ਰਹਿਓ ਕਰਹਿ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾ ਕੋ ਵੱਡੋ ਅਭਾਗ। ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ। ਮਹਾਰਾਜ ਕਹਿੰਦੇ ਪਰਿਵਾਰ ਛੱਡਣਾ ਨਹੀਂ, ਸੰਸਾਰ ਤਿਆਗ ਕੇ ਭੱਜ ਨਹੀਂ ਜਾਣਾ ਜੰਗਲਾਂ ਵੱਲ ਨੂੰ, ਰਹਿਣਾ ਵਿੱਚ ਹੀ ਹੈ, ਗ੍ਰਸਤ ਵਿੱਚ ਰਹਿੰਦੇ ਆ, ਪਰ ਲਿਵ ਲਾਉਣੀ ਹੈ। ਤੇ ਲਿਵ ਕਿਵੇਂ ਲੱਗੇਗੀ? ਜਦੋਂ ਗੁਰੂ ਕੀ ਕਿਰਪਾ ਹੋਵੇਗੀ। ਤੇ ਗੁਰੂ ਕੀ ਕਿਰਪਾ ਕਿਵੇਂ ਹੋਵੇਗੀ? ਜਦੋਂ ਗੁਰੂ ਵਾਲੇ ਬਣਾਂਗੇ, ਜਦੋਂ ਗੁਰੂ ਕੀ ਚਰਨ ਸ਼ਰਨ ਵਿੱਚ ਆਵਾਂਗੇ, ਗੁਰੂ ਕੀ ਸਿੱਖਿਆ ਲਵਾਂਗੇ, ਗੁਰੂ ਕੀ ਦੱਸੀ ਰਹਿਤ ਮਰਿਆਦਾ ਵਿੱਚ ਚੱਲਾਂਗੇ, ਗੁਰੂ ਸਾਹਿਬ ਜੀ ਦਾ ਦਿੱਤਾ ਬਖਸ਼ਿਆ ਹੋਇਆ ਨਿਤਨੇਮ ਕਰਾਂਗੇ, ਬਾਣੀ ਦੇ ਧਾਰਨੀ ਹੋਵਾਂਗੇ, ਪੰਜਾਂ ਕਕਾਰਾਂ ਦੀ ਰਹਿਤ ਵਿੱਚ ਰਵਾਂਗੇ, ਫਿਰ ਸਤਿਗੁਰੂ ਲਿਵ ਲਾ ਦੇਣਗੇ। ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ। ਜਿਨ੍ਹਾਂ ਤੇ ਗੁਰੂ ਕੀ ਕਿਰਪਾ ਹੋਈ, ਜਿਨ੍ਹਾਂ ਦੀ ਲਿਵ ਅੰਦਰੋਂ ਬਿਰਤੀ ਨਾਮ ਦੇ ਨਾਲ ਜੁੜ ਗਈ, ਲੱਗ ਗਈ, ਤਿਨੀ ਵਿੱਚ ਮਾਇਆ ਪਾਇਆ। ਉਹਨਾਂ ਨੂੰ ਮਾਇਆ ਛੱਡਣ ਦੀ ਲੋੜ ਨਹੀਂ ਪਈ। ਤਿਨੀ ਵਿੱਚੇ ਮਾਇਆ, ਉਹਨਾਂ ਨੇ ਵਿੱਚੇ ਰਹਿੰਦਿਆਂ ਮਾਇਆ ਦੇ ਪਾਇਆ, ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਪ੍ਰਭੂ ਨੂੰ ਪ੍ਰਾਪਤ ਕੀਤਾ। ਉਹਨਾਂ ਨੂੰ ਆਨੰਦ ਪ੍ਰਾਪਤ ਹੋ ਗਿਆ ਵਿੱਚੇ ਰਹਿੰਦਿਆਂ ਹੋਇਆਂ, ਕਿਉਂਕਿ ਉਹ ਰਹਿੰਦੇ ਤਾਂ ਗ੍ਰਸਤ ਵਿੱਚ ਹੀ ਆ, ਪਰ ਉਹਨਾਂ ਨੂੰ ਮਹਾਰਾਜ ਨੇ ਮੁਕਤ ਕਰ ਦਿੱਤਾ। ਮੁਕਤ, ਉਹਨਾਂ ਦੇ ਬੰਧਨ ਕੱਟ ਦਿੱਤੇ ਵਿਕਾਰਾਂ ਦੇ। ਉਹਨਾਂ ਨੂੰ ਅਵਸਥਾ ਇਹ ਪ੍ਰਾਪਤ ਹੋ ਗਈ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਨਾਮ ਨਾਲ ਜੁੜੇ ਰਹਿੰਦੇ ਆ, ਬਾਣੀ ਨਾਲ ਜੁੜੇ ਰਹਿੰਦੇ ਆ। ਵਿੱਚੇ ਗ੍ਰਹਿ ਰਹੇ ਉਦਾਸੀ, ਜਿਉ ਕਮਲ ਰਹੇ ਵਿੱਚ ਪਾਣੀ ਹੈ। ਜਿਵੇਂ ਰਾਜਾ ਜਨਕ, ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਵੱਡਾ ਭਗਤ ਹੈ ਰਾਜਾ ਜਨਕ। ਮਾਇਆ ਵਿੱਚ ਉਦਾਸੀ, ਮਾਇਆ ਵਿੱਚ ਰਹਿੰਦਿਆਂ ਉਦਾਸ ਹੈ, ਉਪਰਾਮ ਹੈ। ਰਾਜ ਭਾਗ ਕਰਦਾ ਹੈ, ਪਰ ਪ੍ਰਭੂ ਦੀ ਬੰਦਗੀ ਕਰਦਾ ਹੈ, ਤੇ ਹਰ ਰੋਜ਼ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਇਹ ਰਾਜ ਭਾਗ ਦਿੱਤਾ ਹੋਇਆ ਤੇਰਾ ਹੈ, ਇਹ ਰਾਜ ਭਾਗ ਤੂੰ ਦਿੱਤਾ ਹੈ। ਪ੍ਰਭੂ ਨਾਲ ਜੁੜਿਆ ਰਹਿੰਦਾ। ਰਾਜ ਭਾਗ ਕਰਦਿਆਂ ਵੀ ਨਿਰਲੇਪ ਰਹਿ ਸਕਦਾ ਗੁਰਸਿੱਖ। ਰਾਜ ਭਾਗ ਕਰਦਿਆਂ ਹੋਇਆਂ ਨਾਮ ਨਾਲ ਜੁੜਿਆ ਹੋਇਆ, ਜਿਸ ਨੇ ਸਾਰੀਆਂ ਦਾਤਾਂ ਦਿੱਤੀਆਂ ਉਹਦੇ ਨਾਲ ਜੁੜਿਆ ਹੋਇਆ। ਵਿੱਚ ਰਹਿੰਦਿਆਂ ਹੋਇਆਂ ਸਤਿਗੁਰਾਂ ਨੇ ਜੁਗਤੀ ਦਿੱਤੀ ਹੈ ਵੀ ਗੁਰੂ ਕਾ ਉਪਦੇਸ਼ ਲੈ ਕੇ ਤੂੰ ਗ੍ਰਸਤ ਵਿੱਚ ਰਹਿੰਦਿਆਂ, ਰਾਜ ਭਾਗ ਵਿੱਚ ਰਹਿੰਦਿਆਂ ਜੋਗੀ ਹੋ ਸਕਦਾ ਹੈ, ਸੰਨਿਆਸੀ ਹੋ ਸਕਦਾ। ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਾਰ ਜਾਣੇ, ਜੋਗੀ ਕਹੀਐ ਸੋਈ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕਹੇ ਉਪਦੇਸ਼। ਪਰ ਘਰ ਬਹਿ ਕੇ ਵੀ ਜੋਗੀ ਤੋਂ ਤਾਂ ਬਣ ਸਕਦਾ ਜੇ ਤੂੰ ਗੁਰੂ का उपदेश धारण करे। गुरु के उपदेश तो बिना नहीं। गुरु के उपदेश ਨੂੰ ਹਿਰਦੇ ਵਿੱਚ ਵਸਾਵੇਂਗਾ ਤੇ ਫਿਰ ਇਹ ਦਾਤ ਮਿਲੇਗੀ, ਫਿਰ ਗੁਰੂ ਕੀ ਕਿਰਪਾ ਹੋਵੇਗੀ, ਲਿਵ ਲੱਗ ਜਾਵੇਗੀ,
ਫਿਰ ਮਾਇਆ ਵਿੱਚ ਰਹਿੰਦੇ ਹੋਇਆਂ, ਧੰਦੇ ਵਿੱਚ ਰਹਿੰਦੇ ਹੋਇਆਂ ਧਰਮ ਦਾ ਧਾਰਨੀ ਹੋਵੇਗਾ, ਪਰਿਵਾਰ ਵਿੱਚ ਰਹਿੰਦੇ ਹੋਇਆਂ ਨਿਰੰਕਾਰ ਨਾਲ ਜੁੜ ਕੇ ਰਵੇਂਗਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆ ਖੇਲੰਦਿਆ ਪੈ ਨੰਦਿਆ ਖਾ ਵੰਦਿਆ ਵਿੱਚੇ ਹੋਵੇ ਮੁਕਤ। ਫਿਰ ਇਹ ਦਾਤ ਪ੍ਰਾਪਤ ਹੋਵੇਗੀ, ਤੈਸਾ ਹਰਖ ਤੈਸਾ ਉਸ ਸੋਗ, ਪ੍ਰਭ ਕੀ ਆਗਿਆ ਆਤਮ ਹਿਤਾਵੇ। ਜਦੋਂ ਪ੍ਰਭੂ ਦੀ ਆਗਿਆ ਹਿਰਦੇ ਵਿੱਚ ਵਸ ਜਾਵੇ, ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋਊ ਕਹਾਵੇ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਫਿਰ ਬੰਧਨਾਂ ਵਿੱਚ ਨਹੀਂ ਬੰਝੇਗਾ, ਫਿਰ ਪਰਿਵਾਰ 'ਚ ਰਹਿੰਦਿਆਂ ਹੋਇਆਂ ਵਿਕਾਰਾਂ ਤੋਂ ਰਹਿਤ ਹੋ ਕਰਕੇ ਉੱਚਾ ਸੁੱਚਾ ਜੀਵਨ ਰੱਖ ਕਰਕੇ ਜੀਵਨ ਬਤੀਤ ਕਰੇਗਾ। ਮਹਾਰਾਜ ਕਹਿੰਦੇ ਦਾਤ ਉਸ ਵੇਲੇ ਮਿਲੇਗੀ ਜਦੋਂ ਗੁਰੂ ਕੀ ਕਿਰਪਾ ਹੋਈ ਤੇ ਅੰਦਰੋਂ ਬਿਰਤੀ ਨਾਮ ਨਾਲ ਜੁੜ ਗਈ, ਬਾਣੀ ਨਾਲ ਜੁੜ ਗਈ। ਉਹਨਾਂ ਫਿਰ ਜੀਵਾਂ ਨੇ ਮਾਇਆ ਵਿੱਚ ਰਹਿੰਦਿਆਂ ਹੀ ਵਾਹਿਗੁਰੂ ਦੀ ਪ੍ਰਾਪਤੀ ਕੀਤੀ, ਰਾਜ ਭਾਗ ਕਰਦਿਆਂ ਹੀ ਉਹ ਪ੍ਰਭੂ ਦੇ ਭਗਤ ਵੀ ਹੋਏ। 29ਵੀਂ ਪੌੜੀ ਵਿੱਚ ਸਤਿਗੁਰੂ ਜੀ ਨੇ, ਗਰੀਬ ਨਵਾਜ ਸਾਹਿਬ ਜੀ ਨੇ ਮਾਇਆ ਦਾ ਰੂਪ ਵੀ ਦੱਸਿਆ ਤੇ ਮਾਇਆ ਵਿੱਚ ਰਹਿੰਦਿਆਂ ਕਿਵੇਂ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨੀ, ਇਹ ਪਵਿੱਤਰ ਉਪਦੇਸ਼ ਬਖਸ਼ਿਆ। ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਇਹ ਮਾਇਆ ਜਿਤ ਹਰਿ ਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ। ਤਿਨੀ ਵਿਚੇ ਮਾਇਆ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।